ਫਲੋ ਲਾਈਵ ਵਿਕ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਫਿਰ ਅੱਜ ਹਾਜ਼ਰ ਹੋਏ ਹਾਂ ਖਾਸ ਮੁਲਾਕਾਤ ਲੈ ਕੇ। ਸਾਡੇ ਨਾਲ IATE ਦੇ ਡਾਇਰੈਕਟਰ ਬਲਪ੍ਰੀਤ ਜੀ ਮੌਜੂਦ ਆ। ਅੱਜ ਜਿਨ੍ਹਾਂ ਨਾਲ ਫਿਰ ਗੱਲਬਾਤ ਕਰਾਂਗੇ ਐਮੀਗ੍ਰੇਸ਼ਨ ਨੂੰ ਲੈ ਕੇ ਵੀ ਕਿਹੜੀ ਨਵੀਂ ਅਪਡੇਟ ਆਈ ਹੈ, ਕੀ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਸਾਡਾ ਫਲੋਰ ਲਾਈਵ 'ਤੇ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸਰ। ਇੱਕ ਜਿੱਦਾਂ ਅੱਜ ਕੱਲ੍ਹ ਤੁਸੀਂ ਮੈਨੂੰ ਫੋਨ ਕੀਤਾ ਸੀ ਮੋਨੂ ਜੀ, ਜਿਹੜੇ ਹੁਣ ਪਤਾ ਲੱਗਾ ਵੀ ਮੈਨੂੰ ਵੀ ਵਿਜੇ ਆ ਜਿਹੜੇ ਧੜਾ ਆਉਣੇ ਸ਼ੁਰੂ ਹੋ ਗਏ ਆ, ਅਤੇ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕੀ ਹੈ ਸਰ ਵੀ ਬਾਕੀ ਵਿਜੇ ਆ ਜਿਹੜੇ ਇਸ ਵੇਲੇ ਆਉਣੇ ਸ਼ੁਰੂ ਹੋ ਚੁੱਕੇ ਆ? ਸਰ ਡੈਫੀਨੇਟਲੀ ਲਾਸਟ ਸਾਡੀ ਪਹਿਲੀ ਜਿਹੜੀ ਇੰਟਰਵਿਊ ਸੀਗੀ ਫਲੋਰ ਲਾਈਵ ਦੇ ਨਾਲ, ਪਹਿਲਾਂ ਤਾਂ ਮੈਂ ਥੈਂਕਸ ਕਰਦਾ, ਬਹੁਤ ਵਧੀਆ ਉਹਦਾ ਮੈਨੂੰ ਰਿਸਪੌਂਸ ਮਿਲਿਆ ਔਰ ਕਾਫੀ ਲੋਕਾਂ ਨੇ ਸਰਾਹਨਾ ਕੀਤੀ ਕਿ ਕਿਉਂਕਿ ਸਾਡੀ ਕੰਪਨੀ ਜਦ ਵੀ ਕੁਝ ਇੰਟਰਵਿਊ ਦਿੰਦੀ ਹੈ ਤਾਂ ਕੋਸ਼ਿਸ਼ ਕਰਦੀ ਕਿ ਵੀ ਜੈਨੂਅਨ ਗਾਈਡੈਂਸ ਦੇ। ਸੋ ਲਾਸਟ ਇੰਟਰਵਿਊ ਦੇ ਵਿੱਚ ਜਦ ਤੁਹਾਡੇ ਨਾਲ ਹੋਈ ਸੀ ਤਾਂ ਉਸ ਵੇਲੇ ਡੈਫੀਨੇਟਲੀ ਬਹੁਤ ਜ਼ਿਆਦਾ ਟੈਂਸ ਮਾਹੌਲ ਸੀਗਾ ਕੈਨੇਡਾ ਦਾ, ਕਿਉਂਕਿ 18,000 ਪਲੱਸ ਵੀਜ਼ੇ ਰਿਫਿਊਜ਼ ਹੋ ਚੁੱਕੇ ਸੀ। ਹੁਣ ਜਿਹੜਾ ਉਹ ਗਿਣਤੀ 20,000 ਰਿਫਿਊਜ਼ਲ ਹੋ ਚੁੱਕੀ ਹੈ। ਲੇਕਿਨ ਲੇਟੈਸਟ ਉੱਤੋਂ 1-2 ਦਿਨ ਬਾਅਦ ਹੀ ਲਾਸਟ ਥਰਸਡੇ ਫਰਾਈਡੇ ਨੂੰ ਲਾਸਟ ਵੀਕ ਦੇ ਵੀਜ਼ਾਜ਼ ਆਉਣੇ ਸ਼ੁਰੂ ਹੋ ਗਏ ਔਰ ਇੰਨੇ ਅੱਛੇ ਵੀਜ਼ਾਜ਼ ਆ ਰਹੇ ਕਿ ਇੱਕ ਰਾਤ, ਕਿਉਂਕਿ ਰਾਤ ਦੀ ਗੱਲ ਤਾਂ ਕਰ ਰਹੇ ਕਿਉਂਕਿ ਇੱਥੇ ਜਦ ਰਾਤ ਹੁੰਦੀ ਹੈ ਉੱਥੇ ਦਿਨ ਹੁੰਦਾ ਹੈ। ਸੋ ਇੱਕ ਰਾਤ ਦੇ ਵਿੱਚ 20-20, 25-25 PPR ਪਾਸਪੋਰਟ ਰਿਕੁਐਸਟ ਆ ਰਹੀਆਂ। ਸੋ ਪਾਸਪੋਰਟ ਰਿਕੁਐਸਟ ਤਾਂ ਹੀ ਆਉਂਦੀ ਹੈ ਜਦ ਤੁਹਾਡਾ ਵੀਜ਼ਾ ਅਪਰੂਵਲ ਹੋ ਜਾਂਦਾ ਹੈ। ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਕਿਸੇ ਪਾਸੇ ਸਾਨੂੰ ਡਰ ਸੀਗਾ ਕਿਉਂਕਿ ਐਮਬੈਸੀ ਨੇ ਕਿਹਾ ਸੀਗਾ ਕਿ ਅਸੀਂ 6 ਅਗਸਤ ਤੋਂ ਪਹਿਲਾਂ ਕਾਫੀ ਵੀਜ਼ਾ ਦੇ ਦੇਵਾਂਗੇ, ਲੇਕਿਨ ਉਹੀ ਚੀਜ਼ ਹੁਣ ਸਾਹਮਣੇ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਵੀਜ਼ੇ ਰਿਫਿਊਜ਼ ਹੋਏ ਸੀ ਹੁਣ ਉਸੇ ਤਰ੍ਹਾਂ ਵੀਜ਼ਾਜ਼ ਆ ਵੀ ਰਹੇ ਹੈ। ਸੋ ਇੱਕ ਰਾਤ ਦੇ ਵਿੱਚ 25-25, 20-20 ਵੀਜ਼ਾਜ਼ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਚੁੱਕੀਆਂ ਔਰ ਕਾਫੀ ਸਾਰੇ ਵੀਜ਼ਾਜ਼ ਅਪਰੋਕਸੀਮੇਟਲੀ 40 ਤੋਂ ਉੱਪਰ ਵੀਜ਼ਾਜ਼ ਮੇਰੇ ਹੀ ਆਫਿਸ ਦੇ ਪਿਛਲੇ 3-4 ਦਿਨਾਂ ਦੇ ਵਿੱਚ ਸੈਟਰਡੇ ਸੰਡੇ ਛੱਡ ਕੇ ਆ ਚੁੱਕੇ ਆ। ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੁੰਦਾ ਸਰ, ਜਿਵੇਂ ਕਿ ਹੁਣ ਵੀਜ਼ੇ ਤੁਸੀਂ ਮੈਨੂੰ ਦੱਸਿਆ ਧੜਾ ਆ ਰਹੇ ਆ, ਕੀ ਪਾਸਪੋਰਟ ਜਿਹੜਾ ਸਬਮਿਸ਼ਨ ਆ ਉਹ ਵੀ ਧੜਾ ਹੋ ਰਹੀ ਹੈ ਕਿ ਨਹੀਂ? ਬਿਲਕੁਲ ਸਰ, ਬਿਲਕੁਲ। ਪਹਿਲਾਂ ਪਾਸਪੋਰਟ ਸਬਮਿਸ਼ਨ ਤੇ ਰੋਕ ਸੀ ਕਿਉਂਕਿ BFS ਆਫਿਸਿਸ ਬੰਦ ਸੀਗੇ, ਬਾਇਓਮੈਟ੍ਰਿਕ ਨਹੀਂ ਹੋ ਰਹੀ ਸੀ, ਪਾਸਪੋਰਟ ਸਬਮਿਸ਼ਨ ਨਹੀਂ ਹੋ ਰਹੀ ਸੀ। COVID-19 ਕਰਕੇ ਪਾਸਪੋਰਟ ਸਬਮਿਸ਼ਨ ਦਾ ਵੀ ਥੋੜ੍ਹਾ ਜਿਹਾ ਵੇ ਜਿਹੜਾ ਹੈ ਪ੍ਰੋਸੈਸ ਹੈ ਉਹ ਡਿਫਰੈਂਟ ਕਰ ਦਿੱਤਾ ਗਿਆ ਹੈ। ਪਹਿਲਾਂ ਜਦ ਬੱਚੇ ਦੀ ਪਾਸਪੋਰਟ ਰਿਕੁਐਸਟ ਆਉਂਦੀ ਸੀ ਅਸੀਂ ਬੱਚੇ ਨੂੰ ਹੀ ਕਹਿ ਦਿੰਦੇ ਸੀ ਕਿ ਤੁਸੀਂ ਜਾ ਕੇ ਆਪਣਾ VFS ਆਫਿਸ ਜਲੰਧਰ ਜਾਂ ਚੰਡੀਗੜ੍ਹ ਦੇ ਵਿੱਚ ਪਾਸਪੋਰਟ ਸਬਮਿਟ ਕਰਾ ਦਿਓ। ਲੇਕਿਨ ਹੁਣ COVID-19 ਕਰਕੇ VFS ਨੇ ਥੋੜ੍ਹੇ ਆਪਣਾ ਪ੍ਰੋਸੀਜਰ ਬਦਲ ਦਿੱਤਾ ਹੈ। ਸੋ ਜਦ ਪਾਸਪੋਰਟ ਰਿਕੁਐਸਟ ਆਉਂਦੀ ਹੈ ਅਸੀਂ ਇੱਥੋਂ ਦੀ ਇੱਕ ਔਨਲਾਈਨ ਵੈਬ ਫਾਰਮ ਭਰਦੇ ਹਾਂ ਪਾਸਪੋਰਟ ਸਬਮਿਸ਼ਨ ਦੇ ਲਈ। ਉਸ ਤੋਂ ਬਾਅਦ ਪਾਸਪੋਰਟ ਆਫਿਸ ਯਾਨੀ VFS ਆਫਿਸ ਤੋਂ ਸਾਨੂੰ ਇੱਕ ਰਿਕੁਐਸਟ ਆਉਂਦੀ ਹੈ, ਪੇਮੈਂਟ ਲਿੰਕ ਆਉਂਦਾ ਹੈ, ਅਸੀਂ ਪੇਮੈਂਟ ਕਰਦੇ ਹਾਂ, ਫਿਰ ਕੋਰੀਅਰ ਐਡਰੈਸ ਔਰ ਸਾਰਾ ਕੁਝ ਦੇਣ ਤੋਂ ਬਾਅਦ ਫਿਰ VFS ਵਾਲਿਆਂ ਦੀ ਮੇਲ ਆਉਂਦੀ ਕਿ ਇਸ ਤਰੀਕ ਨੂੰ ਇੰਨੇ ਵਜੇ ਤੁਹਾਡਾ ਪਾਸਪੋਰਟ ਪਿਕ ਹੋਏਗਾ। ਫਿਰ ਕੋਰੀਅਰ ਯਾਨੀ ਕਿ ਬਲੂ ਡਾਰਟ ਵਾਲੇ ਤੁਹਾਡੇ ਆਫਿਸ ਤੋਂ ਜਾਂ ਬੱਚੇ ਦੇ ਘਰ ਤੋਂ ਪਾਸਪੋਰਟ ਲੈ ਕੇ ਜਾਂਦੇ ਆ ਔਰ ਉਸ ਤੋਂ ਬਾਅਦ ਉੱਥੇ ਹੀ ਵਾਪਸ ਡਿਲੀਵਰ ਕਰਦੇ ਆ। ਸੋ ਉਹਦੇ ਲਈ ਉਹ ਇੱਕ ਚਾਰਜ ਕਰਦੇ ਆ। ਸੋ ਇਹ ਪ੍ਰੋਸੀਜਰ ਸੁਣਨ ਨੂੰ ਥੋੜਾ ਡਿਫਿਕਲਟ ਲੱਗ ਰਿਹਾ ਹੈ, ਬਟ ਹਾਂ ਪਾਸਪੋਰਟ ਸਬਮਿਸ਼ਨ ਹੋਣੀਆਂ ਸ਼ੁਰੂ ਹੋ ਗਈਆਂ ਔਰ ਆਲਮੋਸਟ 7 to 10 ਡੇਜ਼ ਦੇ ਵਿੱਚ ਪਾਸਪੋਰਟ ਸਾਡੇ ਹੱਥ ਦੇ ਵਿੱਚ ਵਾਪਸ ਆ ਜਾਂਦਾ ਹੈ। ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੁੰਦਾ ਸਰ, ਜਿੱਦਾਂ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਕ੍ਰੇਜ਼ ਚੱਲ ਰਿਹਾ ਵੀ ਨੈਨੀ ਕਰੋ ਬਾਹਰ ਜਾਓ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਨੈਨੀ ਕੀ ਚੀਜ਼ ਹੈ? ਇੱਕ ਸਰ ਬੱਚਿਆਂ ਨੂੰ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਜਿਹੜੇ ਮਾਪੇ ਆ ਉਹ ਪੜ੍ਹਾਈ ਤੋਂ ਹਟਾ ਕੇ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਬਿਊਟੀ ਪਾਰਲਰ ਦਾ ਕੋਰਸ ਕਰੋ, ਉਸ ਤੋਂ ਬਾਅਦ ਸਿਲਾਈ ਕਢਾਈ ਦਾ ਕੋਰਸ ਕਰੋ, ਅਤੇ ਇਹਦੇ ਵਿੱਚ ਕਿੰਨੀ ਕਿਹਾ ਵੀ ਜਿਹੜਾ ਨੈਨੀ ਆ ਉਹ ਵੀਜ਼ਾ ਦੇ ਰਹੀ ਆ? ਸਰ ਸਭ ਤੋਂ ਪਹਿਲਾਂ ਗੱਲ ਨੈਨੀ, ਬਿਊਟੀ ਪਾਰਲਰ ਔਰ ਜਿਹੜਾ ਇਹ ਸਿਲਾਈ ਕਢਾਈ ਜਾਂ ਬੁਟੀਕ ਦੇ ਕੋਰਸਿਸ ਹੁੰਦੇ ਇਹਦੇ ਬਾਰੇ ਕੁਝ ਕਹਿਣ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਸਾਰੇ ਵਿਊਵਰਸ ਨੂੰ ਜੋ ਵੀ ਇਸ ਚੈਨਲ ਦੇ ਰਾਹੀਂ ਜੁੜੇ ਹੋਏ ਆ ਜਾਂ ਜੋ ਮੇਰੀ ਵੀਡੀਓਜ਼ ਦੇਖ ਰਹੇ ਆ, ਸਭ ਤੋਂ ਪਹਿਲਾਂ ਅੱਜ ਦੀ ਲਾਈਵ ਦੇ ਵਿੱਚ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਕੋਈ ਵੀ ਬੱਚਾ ਐਜੂਕੇਸ਼ਨ ਤੋਂ ਬਗੈਰ ਨਾ ਰਵੇ। +2 ਗ੍ਰੈਜੂਏਸ਼ਨ ਜੋ ਵੀ ਕਰਵਾ ਸਕਦੇ, ਮੇਰੀ ਮਾਂ ਬਾਪ ਨੂੰ ਅਪੀਲ ਹੈ ਪਲੀਜ਼ ਆਪਣੇ ਬੱਚਿਆਂ ਨੂੰ ਐਜੂਕੇਟ ਜ਼ਰੂਰ ਕਰੋ ਕਿਉਂਕਿ ਐਜੂਕੇਸ਼ਨ ਹੋਣਾ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ। ਸੈਕਿੰਡ ਪੁਆਇੰਟ ਆ ਜਾਂਦਾ ਹੈ ਇਹ ਜਿਹੜੇ ਕੋਰਸਿਸ ਨੇ ਨੈਨੀ, ਬਿਊਟੀ ਪਾਰਲਰ ਔਰ ਬੁਟੀਕ ਦਾ ਕੋਰਸ ਕਰਨਾ ਪੜ੍ਹਾਈ ਛੁਡਾ ਕੇ, ਇਹ ਗਲਤ ਚੀਜ਼ ਹੈ। ਇਹ ਜਿਹੜੇ ਕੋਰਸ ਹੈ ਇਹਨਾਂ ਨੂੰ ਐਕਸਟਰਾ ਵੋਕੇਸ਼ਨਲ ਕੋਰਸ ਕਿਹਾ ਜਾਂਦਾ ਹੈ। ਤੁਹਾਡੇ ਹੱਥ ਦੇ ਵਿੱਚ ਕੋਈ ਹੁਨਰ ਹੋਣਾ ਚਾਹੀਦਾ ਹੈ, ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ 12ਵੀਂ ਛੁਡਵਾਤੀ, ਗ੍ਰੈਜੂਏਸ਼ਨ ਛੁਡਵਾਤੀ ਔਰ ਸਿਰਫ ਇਹ ਕੋਰਸ ਕਰਵਾ ਕੇ ਤੁਸੀਂ ਕੈਨੇਡਾ, USA ਜਾਂ ਇੰਗਲੈਂਡ ਭੇਜ ਦੋਗੇ। ਸੋ ਐਜੂਕੇਸ਼ਨ ਇਜ਼ ਮਸਟ। ਪਹਿਲਾਂ ਐਜੂਕੇਸ਼ਨ ਜ਼ਰੂਰੀ ਹੈ, ਬਾਅਦ 'ਚ ਇਹ ਵੋਕੇਸ਼ਨਲ ਕੋਰਸਿਸ ਜ਼ਰੂਰੀ ਹੈ। ਸੈਕਿੰਡ ਥਾਟ, ਕੁਝ ਏਜੰਟਸ ਮਾਰਕੀਟ ਦੇ ਵਿੱਚ ਜਾਂ ਕੁਝ, ਮੈਂ ਥੋੜ੍ਹਾ ਜਿਹਾ ਰਫ ਬੋਲਦਾ, ਮੈਂ ਮਾਫੀ ਪਹਿਲਾਂ ਹੀ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਕਿਉਂਕਿ ਮੇਰੀ ਆਦਤ ਹੈ ਥੋੜ੍ਹਾ ਜੈਨੂਅਨ ਬੋਲਣ ਦੀ। ਕੁਝ ਪੇਰੈਂਟਸ ਮੇਰੇ ਕੋਲ ਆਉਂਦੇ ਆ ਜਿਹੜੇ ਕਹਿੰਦੇ ਕਿ ਸਾਡੇ ਬਾਹਰਲੇ, ਇਹ ਪੰਜਾਬ ਦੇ ਵਿੱਚ ਆਹ ਲਫ਼ਜ਼ ਬੜਾ ਇਸਤੇਮਾਲ ਹੁੰਦਾ ਕਿ ਸਾਡੇ ਬਾਹਰਲੇ ਕਹਿੰਦੇ ਸੀ ਤੁਸੀਂ ਐਂ ਕਰ ਲਓ, ਸਾਡੇ ਬਾਹਰਲੇ ਕਹਿੰਦੇ ਸੀ ਤੁਸੀਂ ਇਸ ਤਰ੍ਹਾਂ ਕਰ ਲਓ।
ਮੈਂ ਹਮੇਸ਼ਾ ਉਹਨਾਂ ਮਾਂ-ਬਾਪ ਨੂੰ ਇਹ ਗੱਲ ਕਹਿਣਾ ਕਿ ਪਹਿਲਾਂ ਤਾਂ ਬਾਹਰਲਿਆਂ ਨੂੰ ਇਹ ਪੁੱਛੋ ਕਿ ਕਿਆ ਤੁਹਾਨੂੰ ਇੰਡੀਆ ਦਾ ਐਜੂਕੇਸ਼ਨ ਸਿਸਟਮ ਪਤਾ ਹੈ। ਐਜੂਕੇਸ਼ਨ ਸਿਸਟਮ ਇੰਡੀਆ ਦਾ ਇਹ ਕਹਿੰਦਾ ਕਿ ਆਫਟਰ ਕੰਪਲੀਸ਼ਨ ਆਫ 10th ਯੂ ਹੈਵ ਟੂ ਕਲੀਅਰ ਯੂਅਰ +1 ਕਲੀਅਰ ਕਰਨ ਤੋਂ ਬਾਅਦ ਤੁਸੀਂ 12th ਕਰੋ, 12th ਕਲੀਅਰ ਕਰਨ ਤੋਂ ਬਾਅਦ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ। ਇਹ ਸਾਡਾ ਇੱਕ ਐਜੂਕੇਸ਼ਨ ਸਿਸਟਮ ਹੈ। ਉਹਦੇ ਬਾਵਜੂਦ ਤੁਸੀਂ ਨਾਲ ਆਪਣੇ ਵੋਕੇਸ਼ਨਲ ਕੋਰਸ ਕਰ ਸਕਦੇ ਹੋ, ਯਾਨੀ ਕਿ ਕੰਪਿਊਟਰ, ਸਿਲਾਈ ਕਢਾਈ, ਬਿਊਟੀ ਪਾਰਲਰ ਜਾਂ ਨੈਨੀ। ਹੁਣ ਸੈਕਿੰਡ ਥਾਟ ਆਉਂਦਾ ਕਿ ਬਾਹਰਲੇ ਕਹਿ ਰਹੇ ਜੀ ਤੁਸੀਂ ਪੜ੍ਹਾਈ ਛੁਡਵਾ ਦਿਓ, ਐਵੇਂ ਕੁੜੀ ਤੇ ਜਾਂ ਮੁੰਡੇ ਤੇ ਪੈਸਾ ਖਰਾਬ ਨਾ ਕਰੋ, ਤੁਸੀਂ ਇਹਨਾਂ ਨੂੰ ਹੁਣ ਨੈਨੀ ਦਾ ਕੋਰਸ ਕਰਾ ਲਓ, ਅਸੀਂ ਕੈਨੇਡਾ ਬੁਲਾ ਲਾਂਗੇ। ਪਹਿਲਾ ਕੁਐਸਚਨ ਅਰਾਈਜ਼ ਇੱਥੇ ਹੁੰਦਾ ਹੈ ਕਿ ਨੈਨੀ ਹੁੰਦਾ ਕੀ ਹੈ। ਨੈਨੀ ਇਜ਼ ਦਾ ਸੈਕਿੰਡ ਪਾਰਟ ਆਫ ਅ ਨਰਸਿੰਗ। ਨਰਸ ਦਾ ਕੀ ਕੰਮ ਹੁੰਦਾ, ਰੋਲ ਹੁੰਦਾ ਕਿ ਉਹ ਕੇਅਰ ਕਰਦੀ ਹੈ, ਪੇਸ਼ੈਂਟ ਦੀ ਕੇਅਰ ਕਰਦੀ ਹੈ, ਠੀਕ ਹੈ। ਨਰਸਿੰਗ ਦੇ ਵਿੱਚ ਵੀ ਬਹੁਤ ਸਾਰੇ ਕੈਟੇਗਰੀਜ਼ ਹੁੰਦੀਆਂ। ਨਰਸਿੰਗ ਦਾ ਮਤਲਬ ਹੈ ਕੇਅਰ ਕਰਨਾ। ਸੋ ਜੋ ਨੈਨੀ ਹੈ ਉਹ ਵੀ ਉਸ ਨਰਸਿੰਗ ਦਾ ਹੀ ਇੱਕ ਹਿੱਸਾ ਹੈ। ਸੋ ਇੱਕ +2 ਬੱਚਾ ਜਿਹਨੇ ਆਰਟਸ ਕੀਤੀ ਹੈ ਜਾਂ ਕਾਮਰਸ ਕੀਤੀ ਹੈ, ਜੇ ਨਾਨ ਮੈਡੀਕਲ ਕੀਤੀ ਹੈ, ਲੇਕਿਨ ਉਹਨੇ ਬਾਇਓਲੋਜੀ ਨਹੀਂ ਕੀਤੀ। ਪਹਿਲੀ ਗੱਲ ਤਾਂ ਜਿਸ ਬੱਚੇ ਨੇ ਬਾਇਓ ਕੀਤੀ ਹੁੰਦੀ ਉਹਦੇ ਲਈ ਥੋੜਾ ਇਹ ਸਾਰੀ ਚੀਜ਼ਾਂ ਕਰਨੀਆਂ ਈਜ਼ੀ ਹੁੰਦੀਆਂ। ਔਰ ਇੱਕ ਬੱਚਾ ਆਰਟਸ ਤੋਂ ਉੱਠ ਕੇ ਉਹਨੇ ਨੈਨੀ ਦਾ ਕੋਰਸ ਕਰ ਲਿਆ, ਪੜ੍ਹਾਈ ਨਹੀਂ ਕੀਤੀ, ਉਹਨੇ ਨੈਨੀ ਦਾ ਕੋਰਸ ਕਰਕੇ ਔਰ ਐਕਸਪੈਕਟ ਕਰਕੇ ਮੈਨੂੰ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਵੀਜ਼ਾ ਮਿਲ ਜਾਏਗਾ ਜਾਂ UK ਦੇ ਵਿੱਚ ਮੈਨੂੰ ਵੀਜ਼ਾ ਮਿਲ ਜਾਏਗਾ, ਇਹ ਗਲਤ ਚੀਜ਼ ਹੈ। ਸਿਰਫ ਇੱਕ ਪੈਸੇ ਬਣਾਉਣ ਦਾ ਜ਼ਰੀਆ ਹੈ ਏਜੰਟਾਂ ਦਾ ਵੀ ਤੇ ਇੰਸਟੀਚਿਊਟ ਦਾ ਵੀ। ਇਹ ਗਲਤ ਸਲਾਹ ਦੇਣੀ ਹੈ। ਅਗਰ ਤੁਸੀਂ ਬਾਇਓ ਕੀਤੀ ਹੈ +2 ਦੇ ਵਿੱਚ, ਉਸ ਤੋਂ ਬਾਅਦ ਨਰਸਿੰਗ ਕੀਤੀ ਹੋਈ ਹੈ ਤਾਂ ਨੈਨੀ ਦਾ ਕੋਰਸ ਬੈਟਰ ਰਹਿੰਦਾ, ਵੀਜ਼ਾ ਚਾਂਸ ਜ਼ਿਆਦਾ ਹੁੰਦੇ ਹੈ। ਔਰ ਅਗਰ ਸਿੰਪਲ ਨੈਨੀ ਦਾ ਕੋਰਸ ਕੀਤਾ ਤਾਂ ਫਿਰ ਤੁਸੀਂ ਕਿਸ ਬੇਸ ਤੇ ਜਾਣਾ ਚਾਹੋਗੇ, ਕੁਐਸਚਨ ਇੱਥੇ ਅਰਾਈਜ਼ ਹੁੰਦਾ ਹੈ। ਨਾ ਤਾਂ ਕੋਈ ਸਟੱਡੀ ਵੀਜ਼ਾ ਇਸ ਟਾਈਪ ਦੇ ਵਿੱਚ ਕੋਰਸ ਦੇ ਵਿੱਚ ਤੁਹਾਨੂੰ ਡਾਇਰੈਕਟ ਐਡਮਿਸ਼ਨ ਦਿੰਦਾ ਹੈ, ਨਾ ਕਾਲਜ ਤੁਹਾਨੂੰ ਨੈਨੀ ਦੇ ਕੋਰਸ ਤੇ ਕੋਈ ਡਾਇਰੈਕਟ ਐਡਮਿਸ਼ਨ ਦੇ ਰਿਹਾ, ਠੀਕ ਹੈ। ਉਹਦੇ ਲਈ ਤੁਹਾਨੂੰ ਅਗਰ ਮੈਂ ਨੈਨੀ ਦੇ ਕੋਰਸ ਤੋਂ ਬਾਅਦ ਐਡਮਿਸ਼ਨ ਦਿਲਾਵਾਂ ਵੀ ਤਾਂ ਸਾਡੇ ਕੋਲ ਮੈਡੀਕਲ ਬੈਕਗਰਾਊਂਡ ਹੋਣੀ ਚਾਹੀਦੀ ਹੈ, ਯਾਨੀ ਸਾਡੇ ਕੋਲ ਕੋਈ ਰੀਜ਼ਨ ਹੋਣਾ ਚਾਹੀਦਾ ਐਕਸਪਲੇਨ ਕਰਨ ਦਾ। ਉਸ ਤੋਂ ਬਾਅਦ ਬਾਹਰਲੇ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਨੈਨੀ ਕਰਾਓ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸੱਦ ਲਾਂਗੇ। ਮੈਂ ਉਹੀ ਪੇਰੈਂਟਸ ਨੂੰ ਕੁਐਸਚਨ ਕਰਦਾ ਹਮੇਸ਼ਾ ਕਿ ਕਿਹੜਾ ਤਰੀਕਾ ਹੈ। ਸਟੱਡੀ ਵੀਜ਼ਾ ਹੁੰਦਾ ਹੈ, ਟੂਰਿਸਟ ਵੀਜ਼ਾ ਹੁੰਦਾ ਹੈ ਔਰ ਇੱਕ PR ਹੁੰਦੀ ਹੈ। ਵਰਕ ਪਰਮਿਟ ਸਾਡੇ ਪੰਜਾਬ ਦੇ ਵਿੱਚ ਇੱਕ ਵਰਡ ਯੂਜ਼ ਕਰਦੇ ਆ ਵਰਕ ਪਰਮਿਟ। ਜਦ ਇੱਕ ਵਾਰੀ ਐਡਵਰਟਾਈਜ਼ਮੈਂਟ ਕਿਤੇ ਲਿਖਿਆ ਆ ਜਾਏ ਵਰਕ ਪਰਮਿਟ, ਧੜੱਲੇ ਨਾਲ ਫੋਨ ਆਣੇ ਸ਼ੁਰੂ ਹੋ ਜਾਂਦੇ ਸਾਨੂੰ ਕਿ ਸਰ ਵਰਕ ਪਰਮਿਟ ਆ ਗਿਆ। ਤਾਂ ਮੈਂ ਉਹਨਾਂ ਨੂੰ ਹੱਸ ਕੇ ਕਹਿੰਦਾ ਡੀਅਰ ਪਲੀਜ਼ ਐਡਵਰਟਾਈਜ਼ਮੈਂਟ ਨੂੰ ਧਿਆਨ ਨਾਲ ਪੜ੍ਹੋ, ਵਰਕ ਪਰਮਿਟ ਨਹੀਂ ਲਿਖਿਆ। ਆਫਟਰ ਕੰਪਲੀਸ਼ਨ ਆਫ ਸਟੱਡੀ ਯੂ ਹੈਵ ਅ ਰਾਈਟ ਟੂ ਲਿਵ, ਰਾਈਟ ਟੂ ਵਰਕ। तो अगर पढ़ाई कर लेना किसी कंट्री जाके तो उससे रह सकते हो और अपना वर्क कर सकते हो। दैट डजंट मीन कि वर्क परमिट। सो नैनी जो चीज़ है दैट इज़ अ पार्ट ऑफ अ नर्सिंग। सो तुसी नैनी का मतलब होंगे केयर करना। ਉਹਦੇ ਵਿੱਚ ਤੁਸੀਂ ਪੇਸ਼ੈਂਟ ਦੀ ਕੇਅਰਿੰਗ ਵੀ ਆ ਜਾਂਦੀ ਹੈ, ਛੋਟੇ ਬੱਚਿਆਂ ਦੀ ਕੇਅਰਿੰਗ ਆ ਜਾਂਦੀ ਹੈ। ਜਿਵੇਂ ਸਾਡੇ ਪੰਜਾਬ ਜਾਂ ਸਾਡੇ ਇੰਡੀਆ 'ਚ ਆਇਆ ਕਹਿੰਦੇ ਆ, ਕਿਸੇ ਬੱਚੇ ਦੀ ਹੈਲਪਰ ਹੁੰਦੀ ਹੈ। ਬਜ਼ੁਰਗ ਜਿਹੜੇ ਹੁੰਦੇ ਆ ਉਹ ਆਪਣੇ ਆਪ ਆਪਣੀ ਸੇਵਾ ਨਹੀਂ ਕਰ ਸਕਦੇ, ਉਹਨਾਂ ਨੂੰ ਸਾਫ਼ ਸਫਾਈ ਰੱਖਣਾ, ਉਹਨਾਂ ਦੀ ਕੇਅਰ ਕਰਨਾ, ਉਹਦਾ ਪਾਰਟ ਆ ਜਾਂਦਾ ਨੈਨੀ। ਸੋ ਕਿਸੇ ਤਰ੍ਹਾਂ ਦਾ ਵੀ ਕੇਅਰ ਕਰਨ ਨਾਲ ਉਹਦੇ ਵਿੱਚ ਕੈਟਾਗਰੀਜ਼ ਅਲੱਗ-ਅਲੱਗ ਹੈ। ਸੋ ਅਸੀਂ ਜਿਵੇਂ ਡਿਫਾਈਨ ਕਰੀਏ ਤਾਂ ਨੈਨੀ ਦਾ ਕੋਰਸ ਕਰਨ ਤੋਂ ਬਾਅਦ ਤੁਸੀਂ ਨਰਸਰੀ ਅਸਿਸਟੈਂਟ 'ਚ ਜਾ ਸਕਦੇ ਹੋ, ਕਰੈਚ ਕੋਆਰਡੀਨੇਟਰ ਬਣ ਸਕਦੇ ਹੋ, ਕਰੈਚ ਐਸੋਸੀਏਟਸ ਬਣ ਸਕਦੇ ਹੋ, ਹੋਮ ਸਪੋਰਟ ਵਰਕਰ ਜਾਂ ਹੋਮ ਚਾਈਲਡ ਕੇਅਰ ਨੈਨੀ। ਇਹ ਕੁਝ ਜੌਬਸ ਹੈਗੀਆਂ ਜਿਹੜੀਆਂ ਤੁਹਾਨੂੰ ਮਿਲ ਸਕਦੀਆਂ। ਲੇਕਿਨ ਤੁਸੀਂ ਹੁਣ ਜੋ ਮੈਂ ਵਰਡਸ ਬੋਲੇ ਆ ਤੁਸੀਂ ਆਪ ਦੱਸੋ ਕਿ ਇੱਕ +2 ਆਰਟਸ ਦਾ ਬੱਚਾ ਜਿਹਨੇ 1 ਸਾਲ ਦਾ ਜਾਂ 1.5 ਸਾਲ ਦਾ ਨੈਨੀ ਦਾ ਕੋਰਸ ਕੀਤਾ, ਕਿਆ ਉਹ ਇਸ ਲੈਵਲ ਦੀਆਂ ਜੌਬਸ ਇੰਡੀਆ ਦੇ ਵਿੱਚ ਤਾਂ ਚਲੋ ਨੈਨੀ ਦਾ ਇੰਨਾ ਸਕੋਪ ਨਹੀਂ ਹੈ, ਪਰ ਫੋਰਨ ਦੇ ਵਿੱਚ ਵੀ ਸਰ ਵਰਕ ਪਰਮਿਟ ਜਾਂ ਸਕੋਪ ਲੈਣ ਲਈ ਤੁਹਾਡੇ ਕੋਲ ਪੜ੍ਹਾਈ ਤੋਂ ਬਾਅਦ 4-5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਅਣਦੇਖੀ ਨਾ ਕਰੋ, ਅੱਛੀ ਤਰ੍ਹਾਂ ਹਰ ਇੱਕ ਐਜੂਕੇਸ਼ਨ ਸਿਸਟਮ ਨੂੰ ਸਮਝੋ। ਅਗਰ ਕੋਈ ਐਡਵਰਟਾਈਜ਼ਮੈਂਟ ਕਰ ਰਿਹਾ ਨੈਨੀ ਦਾ ਤਾਂ ਤੁਸੀਂ ਉਹਦੇ ਕੋਲ ਜਾਓ, ਪੁੱਛੋ ਕਿ ਮੇਰੇ ਬੱਚੇ ਨੇ ਆਹ ਪੜ੍ਹਾਈ ਕੀਤੀ ਹੈ, ਫਿਊਚਰ ਦੱਸੋ, ਕੁਐਸਚਨ ਮਾਰਕ ਲਗਾਓ, ਤਾਂ ਤੁਹਾਨੂੰ ਐਕਸਪਲੇਨ ਕਰੇਗਾ ਅਗਲਾ ਬੰਦਾ। ਸੋ ਅੱਖਾਂ ਬੰਦ ਕਰਕੇ ਨੈਨੀ ਦਾ ਕੋਰਸ ਕਰਕੇ ਕੈਨੇਡਾ ਦਾ ਵੀਜ਼ਾ ਆ ਜਾਏਗਾ, UK ਦਾ ਵੀਜ਼ਾ ਆ ਜਾਏਗਾ, ਇਸ ਤਰ੍ਹਾਂ ਨਹੀਂ ਹੁੰਦਾ। ਹਰ ਇੱਕ ਚੀਜ਼ ਦੇ ਨਾਲ ਇੱਕ ਚੀਜ਼ ਜੁੜੀ ਹੁੰਦੀ ਹੈ। ਸੋ ਅਗਰ ਤੁਹਾਡੇ ਬਾਹਰਲੇ ਤੁਹਾਨੂੰ ਕਹਿ ਰਹੇ ਤਾਂ ਪਲੀਜ਼ ਤੁਸੀਂ ਆਪਣੀ ਕਰੰਟ ਸਟੱਡੀਜ਼ ਨੂੰ ਨਾ ਨੁਕਸਾਨ ਪਹੁੰਚਾਓ। ਐਕਸਟਰਾ ਕੋਰਸ ਆ ਉਹ ਜਿੰਨਾ ਮਰਜ਼ੀ ਤੁਸੀਂ ਕਰੋ, ਚਾਹੇ ਨੈਨੀ ਕਰੋ ਚਾਹੇ ਬਿਊਟੀ ਪਾਰਲਰ ਕਰੋ, ਪਰ ਪੜ੍ਹਾਈ ਜ਼ਰੂਰੀ ਹੈ। ਸੈਕਿੰਡ ਕੁਐਸਚਨ ਆ ਜਾਂਦਾ ਬਿਊਟੀ ਪਾਰਲਰ ਦੇ ਬਾਰੇ। ਬਿਊਟੀ ਪਾਰਲਰ ਵੋਕੇਸ਼ਨਲ ਕੋਰਸ ਹੁੰਦਾ ਹੈ, ਇੱਕ ਤੁਹਾਡੇ ਹੱਥ ਦੇ ਵਿੱਚ ਹੁਨਰ ਹੈ। ਲੇਕਿਨ +2 ਕਰਨ ਤੋਂ ਬਾਅਦ ਬਿਊਟੀ ਪਾਰਲਰ ਕਰਕੇ ਤੁਸੀਂ ਸੋਚੋ ਕਿ ਕੈਨੇਡੀਅਨ ਗੌਰਮੈਂਟ ਜਾਂ UK ਦੀ ਗੌਰਮੈਂਟ ਜਾਂ USA ਦੀ ਗੌਰਮੈਂਟ ਤੁਹਾਨੂੰ ਇੰਡੀਆ ਦੇ ਵਿੱਚੋਂ ਹੱਥ ਜੋੜ ਕੇ ਬੁਲਾ ਲਏਗੀ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਕਿਸੇ ਦੀ ਮੈਰਿਜ ਹੋ ਚੁੱਕੀ ਹੈ ਲੜਕੀ ਦੀ, ਉਹਦਾ ਸਪਾਊਸ ਉਹਦਾ ਜਿਹੜਾ ਹਸਬੈਂਡ ਹੈ ਉਹ ਫੋਰਨ ਦੇ ਵਿੱਚ ਹੈ ਔਰ ਉਹ ਇੰਡੀਆ ਤੋਂ ਜਾਣਾ ਚਾਹੁੰਦੀ ਹੈ ਔਰ ਉਹਦੇ ਹੱਥ ਦੇ ਵਿੱਚ ਕੋਈ ਹੁਨਰ ਹੋਣਾ ਚਾਹੀਦਾ, ਫਿਰ ਇਹ ਸਾਰੀ ਚੀਜ਼ਾਂ ਬਹੁਤ ਵਧੀਆ। ਲੇਕਿਨ ਤੁਸੀਂ ਸੋਚੋ ਕਿ ਕਰਾਉਣ ਤੋਂ ਬਾਅਦ ਪੜ੍ਹਾਈ ਦਾ ਵੀਜ਼ਾ ਲੈ ਲਓਗੇ, ਫਿਰ ਨਹੀਂ। ਸੋ ਮੈਂ ਇਹੀ ਅਪੀਲ ਕਰਾਂਗਾ ਕਿ ਕੋਈ ਵੀ ਕੋਰਸ ਕਰੋ, ਪਹਿਲਾਂ ਉਹਦੀ ਬੈਕਗਰਾਊਂਡ ਨੂੰ ਅੱਛੀ ਤਰ੍ਹਾਂ ਸਮਝੋ, ਫਿਰ ਉਸ ਕੋਰਸ ਨੂੰ ਕਰਨ ਦੀ ਇੱਛਾ ਰੱਖੋ।
ਇੱਕ ਜਿੱਦਾਂ ਸਰ ਤੁਸੀਂ ਮੈਨੂੰ ਦੱਸਿਆ ਸੀ ਵੀ ਧੜਾ ਧੜ ਜਿਹੜੇ ਵੀਜ਼ੇ ਆ ਰਹੇ ਆ, ਹੁਣ ਪਾਸਪੋਰਟ ਜਿਹੜਾ ਸਬਮਿਸ਼ਨ ਹੋ ਰਿਹਾ, ਕੀ ਉਸ ਦੇ ਚੱਲਦੇ ਜਿਹੜੀਆਂ ਫਲਾਈਟਾਂ ਦਾ ਪਿੱਛੇ ਰੋਲਾ ਪੈ ਰਿਹਾ ਸੀ ਫਲਾਈਟਾਂ ਚਾਲੂ ਆ ਜਾਂ ਨਹੀਂ ਆ, ਹੁਣ ਕੀ ਫਲਾਈਟਾਂ ਵੀ ਆ ਜਿਹੜੀਆਂ ਉਹ ਚਾਲੂ ਹੋ ਸਰ ਦੇਖੋ फ्लाइट्स इस वेले जो सिचुएशन बनी हुई है एक्चुअली सब कुछ कंफ्यूजन वाली है क्योंकि हर कंट्री अपने बॉर्डर खोलन तो डर रहा है। ठीक है, अगर वो खोलता भी उन्होंने ये टेंशन कि मेरे कंट्री ਦੇ ਵਿੱਚ ਕਿਸੇ ਵੀ ਕੰਟਰੀ ਤੋਂ ਕੋਈ ਐਸਾ ਵਿਅਕਤੀ ਨਾ ਆ ਜਾਏ ਜਿਹਨੂੰ ਜੋ ਹੁਣ ਜਿਹੜੀ ਸੈਕੰਡ ਵੇਵ ਥਰਡ ਵੇਵ ਆਉਣ ਵਾਲੀ ਹੈ ਡੈਲਟਾ ਵੇਰੀਐਂਟ ਦੀ, ਸੋ ਉਹ ਚੀਜ਼ ਸਾਡੇ ਕੰਟਰੀ 'ਚ ਐਂਟਰ ਨਾ ਹੋ ਜਾਏ। ਸੋ ਆਸਟ੍ਰੇਲੀਆ ਹੁਣੇ ਪਿਛਲੇ 15 ਦਿਨ ਲਈ ਲੋਕਡਾਊਨ ਹੋ ਗਿਆ ਕਿਉਂਕਿ ਉੱਥੇ ਇੱਕ ਬੰਦਾ ਸਿੰਗਲ, ਮੈਂ ਹਾਸੇ ਵਾਲੀ ਗੱਲ ਦੱਸ ਰਿਹਾ, ਐਡੀਲੇਡ ਦੇ ਵਿੱਚ ਆਸਟ੍ਰੇਲੀਆ 'ਚ ਇੱਕ ਬੰਦਾ, ਇੱਕ ਇੰਡੀਅਨ ਬੰਦਾ ਆ ਗਿਆ ਔਰ ਉਹਨੂੰ ਡੈਲਟਾ ਪਲੱਸ ਕੋਵਿਡ ਸੀਗਾ, ਕਰੋਨਾ ਸੀਗਾ ਉਹਨੂੰ, ਔਰ ਉਹਦੇ ਕਰਕੇ ਘੱਟ ਤੋਂ ਘੱਟ 30 ਬੰਦਾ ਇਨਫੈਕਟਡ ਹੋ ਗਿਆ। ਸੋ 15 ਦਿਨ ਲਈ ਪੂਰਾ ਦਾ ਪੂਰਾ ਐਡੀਲੇਡ ਮੈਲਬੌਰਨ ਲੋਕਡਾਊਨ ਕਰ ਦਿੱਤਾ ਗਿਆ। ਸੋ ਇਸ ਸਿਚੁਏਸ਼ਨ ਤੋਂ ਕੋਈ ਵੀ ਕੰਟਰੀ ਘਬਰਾਉਂਦਾ ਹੈ ਔਰ ਇੰਡੀਆ ਦੇ ਵਿੱਚ ਵੈਸੇ ਵੀ ਸਿਚੁਏਸ਼ਨ ਸੰਭਾਲਣੀ ਮੁਸ਼ਕਿਲ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੀਆਂ ਵੀ ਡਾਇਰੈਕਟ ਫਲਾਈਟਸ ਆ ਕੈਨੇਡਾ ਦੀਆਂ, ਯੂਕੇ ਦੀਆਂ, ਜਾਂ ਕਿਸੇ ਹੋਰ ਕੰਟਰੀ ਦੀ, ਉਹ ਸਾਰੀਆਂ ਬੰਦ ਨੇ ਇਸ ਵੇਲੇ। ਹੁਣ ਜੋ ਕੈਨੇਡਾ ਹੈ ਜਿਹਦੇ ਕਰਕੇ ਸਟੂਡੈਂਟ ਵੇਟ ਕਰੇ, ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਜਾਂ ਹੁਣ ਜਿਨ੍ਹਾਂ ਦੀ ਪਾਸਪੋਰਟ ਸਬਮਿਸ਼ਨ ਹੋ ਰਹੀ ਹੈ, ਸੋ ਹਜੇ ਵੀ ਉਹ ਵੇਟ ਕਰੇਗੀ ਕਦੋਂ ਫਲਾਈਟ ਖੁੱਲਣਗੀ। ਸੋ 21 ਅਗਸਤ ਤੱਕ ਤਾਂ ਵੈਸੇ ਹੀ ਹਜੇ ਬੰਦ ਨੇ ਡਾਇਰੈਕਟ ਫਲਾਈਟ। ਪਰ ਹਾਂ ਅਸੀਂ ਕੋਸ਼ਿਸ਼ ਕਰ ਰਹੇ ਕਿ ਜਿਨ੍ਹਾਂ ਬੱਚਿਆਂ ਦੇ ਪ੍ਰੈਕਟੀਕਲ ਸਬਜੈਕਟਸ ਨੇ, ਜਿਨ੍ਹਾਂ ਦੇ ਵੀਜ਼ੇ ਆਏ ਹੋ ਲੇਕਿਨ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਪ੍ਰੈਕਟੀਕਲ ਹੈ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹਨਾਂ ਨੂੰ ਇਨਡਾਇਰੈਕਟ ਯਾਨੀ ਕਨੈਕਟਿੰਗ ਫਲਾਈਟ ਦੇ ਵਿੱਚ ਭੇਜਿਆ ਜਾ ਰਿਹਾ। 2-4 ਰੂਟਸ ਅੱਛੇ ਚੱਲ ਰਹੇ ਹੈ, ਜਿਵੇਂ ਸਭ ਤੋਂ ਪਹਿਲਾਂ ਸਰਬੀਆ ਦਾ ਰੂਟ ਸ਼ੁਰੂ ਹੋਇਆ ਸੀਗਾ, ਹੁਣ ਮੈਕਸੀਕੋ ਦਾ ਹੈ, ਜਰਮਨੀ ਦਾ ਹੈ, ਫਰੈਂਕਫਰਟ ਹੈ, ਹੁਣ ਲੇਟੈਸਟ ਦੋਹਾ ਸ਼ੁਰੂ ਹੋਣ ਵਾਲਾ ਹੈ। ਸੋ ਤੁਸੀਂ ਕਨੈਕਟਿੰਗ ਫਲਾਈਟ ਲੈ ਸਕਦੇ ਹੋ ਕਿ ਇੱਥੋਂ ਦੀ ਦੋਹਾ, ਦੋਹਾ ਤੋਂ ਫਰੈਂਕਫਰਟ, ਫਰੈਂਕਫਰਟ ਤੋਂ ਮੈਕਸੀਕੋ, ਮੈਕਸੀਕੋ ਤੋਂ ਕੈਨੇਡਾ। ਸੋ ਜਿੱਥੇ ਤੁਸੀਂ 1 ਜਾਂ 2 ਦਿਨ 'ਚ ਪਹੁੰਚਦੇ ਸੀ ਹੁਣ ਥੋੜਾ 4 ਦਿਨ 'ਚ ਪਹੁੰਚ ਰਹੇ ਹੋ। ਪਰ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਉਹਦਾ ਰੀਜ਼ਨ ਬਹੁਤ ਵੱਡਾ ਹੈ ਕਿ ਕਰੋਨਾ ਟੈਸਟ ਜਿਹੜਾ ਇੰਡੀਆ ਤੋਂ ਰਿਪੋਰਟ ਲੈ ਕੇ ਜਾਂਦੇ ਆ, ਜ਼ਿਆਦਾਤਰ ਕੰਟਰੀ ਉਹਨਾਂ ਰਿਪੋਰਟਸ ਨੂੰ ਐਕਸੈਪਟ ਨਹੀਂ ਕਰ ਰਹੀਆਂ ਕਿਉਂਕਿ ਕਿਤੇ ਨਾ ਕਿਤੇ ਕੋਈ ਐਸੀ ਫੋਰਜਰੀ, ਐਸੀ ਮਿਸ ਗਾਈਡੈਂਸ ਜਾਂ ਕੋਈ ਨਕਲੀ ਸਰਟੀਫਿਕੇਟ ਪਕੜੇ ਗਏ ਜਿਹਦੇ ਕਰਕੇ ਉਹਨਾਂ ਨੂੰ ਸ਼ੱਕ ਹੋ ਗਿਆ ਔਰ ਉਹਨਾਂ ਨੇ ਏਸ਼ੀਅਨ ਕੰਟਰੀ ਖਾਸ ਕਰਕੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੋਂ ਜਿਹੜਾ ਵੀ ਵਿਅਕਤੀ ਆ ਰਿਹਾ ਉਹਨਾਂ ਲਈ ਡਾਇਰੈਕਟ ਫਲਾਈਟਸ ਬੰਦ ਕੀਤੀਆਂ। ਸੋ ਕਨੈਕਟਿੰਗ ਫਲਾਈਟਸ ਦਾ ਮਤਲਬ ਇਹ ਹੈ ਕਿ ਦੋਹਾ ਜਾਂ ਫਰੈਂਕਫਰਟ ਜਾਂ ਜਰਮਨੀ ਜਾਂ ਮੈਕਸੀਕੋ ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉੱਥੇ ਅਲੱਗ ਤੋਂ RT-PCR ਦਾ ਟੈਸਟ ਹੋ ਰਿਹਾ, ਕੋਵਿਡ ਦਾ ਟੈਸਟ ਹੋ ਰਿਹਾ ਔਰ ਉਸ ਟੈਸਟ ਰਿਪੋਰਟ ਨੂੰ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਹਾਈ ਕਮਿਸ਼ਨ ਜਾਂ ਕੈਨੇਡੀਅਨ ਐਮਬੈਸੀਜ਼ ਜਾਂ ਕੈਨੇਡੀਅਨ 에ਅਰਪੋਰਟ ਅਥਾਰਟੀਜ਼ ਐਕਸੈਪਟ ਕਰਦੀਆਂ, ਤਾਂ ਹੀ ਉਹ ਤੁਹਾਨੂੰ ਐਂਟਰ ਕਰਨ ਦੀ ਇਜਾਜ਼ਤ ਦੇ ਰਹੀ। ਇੱਕ ਸਰ ਮੈਂ ਹੋਰ ਜਾਣਨੀ ਚਾਹੁੰਦਾ, ਜਿੱਦਾਂ ਅੱਜ ਕੱਲ੍ਹ ਤੁਸੀਂ ਵੀ ਦੇਖਦੇ ਹੋਣੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਆ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੁੱਦਾ ਭੜਕ ਰਿਹਾ ਬੇਅੰਤ ਕੌਰ ਨੂੰ ਡਿਵੋਰਸ ਨੂੰ ਲੈ ਕੇ। ਬਿਲਕੁਲ ਜੀ, ਬਿਲਕੁਲ ਵੀ ਉਹਦੇ ਵੱਲੋਂ ਜਿਹੜਾ ਵਿਆਹ ਕਰਵਾਇਆ ਗਿਆ ਸੀ ਤੇ 35 ਲੱਖ ਦੀ ਆ ਜਿਹੜੀ ਉਹਦੇ ਵਿੱਚ ਮੈਂ ਵੀ ਦੱਸਿਆ ਜਾ ਰਿਹਾ ਵੀ ਇਹਨੇ ਸਾਡਾ ਜਿਹੜਾ ਪੈਸਾ ਲਗਵਾਇਆ ਬਾਹਰ ਸਟੱਡੀ ਦੇ ਪੈਸੇ ਵੀ ਭਰੇ ਆ। ਉਸ ਦੇ ਉੱਤੇ ਲੈ ਕੇ ਕੀ ਹੈ, ਜਿੱਦਾਂ ਅੱਜ ਕੱਲ੍ਹ ਫਰੋਡ ਵੀ ਬਹੁਤ ਹੋ ਰਹੇ ਆ, ਲੋਕ ਝੂਠੇ ਵਿਆਹ ਕਰਾ ਕੇ ਅੰਬੈਸੀਆਂ ਤੋਂ ਵੀਜ਼ੇ ਲੈ ਰਹੇ ਆ, ਇਸ ਦੇ ਉੱਤੇ ਜਿਹੜੀ ਅੰਬੈਸੀ ਕੋਈ ਐਕਸ਼ਨ ਵੀ ਲੈ ਰਹੀ ਆ ਆਉਣ ਵਾਲੇ ਟਾਈਮ 'ਚ? ਸਰ ਬੇਅੰਤ ਕੌਰ ਦਾ ਕੇਸ ਬਹੁਤ ਹੀ ਲੇਟੈਸਟ ਔਰ ਬਹੁਤ ਹੀ ਸਟਰੋਂਗ ਮੁੱਦਾ ਹੈ। ਅਗਰ ਆਪਾਂ ਆਪਣੀ ਲਾਈਨ ਦੀ ਗੱਲ ਕਰੀਏ ਇਮੀਗ੍ਰੇਸ਼ਨ ਦੀ, ਮੁੱਦਾ ਤਾਂ ਬਹੁਤ ਹਾਈਲਾਈਟ ਹੋ ਚੁੱਕਾ ਹੈ ਲੇਕਿਨ ਉਹਦੀਆਂ ਬੇਸਿਕ ਚੀਜ਼ਾਂ ਕੋਈ ਹਾਈਲਾਈਟ ਨਹੀਂ ਕਰ ਰਹੇ ਜਾਂ ਹਾਈਲਾਈਟ ਨਹੀਂ ਹੋ ਰਹੀਆਂ। ਸਿਰਫ ਉਹ 2-4 ਜਿਹੜੀਆਂ ਨੈਗੇਟਿਵ ਪੁਆਇੰਟ ਉਹਨੂੰ ਹਾਈਲਾਈਟ ਕਰੇਗੀ। ਬੇਅੰਤ ਕੌਰ ਨੇ ਧੋਖਾ ਦੇ ਦਿੱਤਾ, ਜਿਹੜੇ ਵੀਰ ਨੇ ਸੁਸਾਈਡ ਕੀਤਾ ਉਹ ਤਾਂ ਸਾਰੇ ਲਈ ਦੁਖਦਾਈ ਖਬਰ ਸੀਗੀ, ਪਰ ਕੁਐਸਚਨ ਇਹ ਹੈ ਕਿ ਵੀ ਕਿਉਂ ਹੋਇਆ ਇਹ ਸਾਰਾ ਕੁਝ। ਇਹਦੇ ਵਿੱਚ ਐਕਸਕਿਊਜ਼ ਮੀ, ਇਹਦੇ ਵਿੱਚ ਇਨਵੋਲਵਮੈਂਟ ਸ਼ੁਰੂ ਹੁੰਦੀ ਹੈ ਏਜੰਟਸ ਤੋਂ ਕਿ ਜਦ ਏਜੰਟ ਕੋਲ ਕੋਈ ਵੀ ਮਾਂ-ਬਾਪ ਆਉਂਦੇ ਹੈ ਵਿਆਹ ਦਾ ਕੇਸ ਲੈ ਕੇ ਜਾਂ ਸਪਾਊਸ ਕੈਟਾਗਰੀ ਦੇ ਵਿੱਚ ਕੇਸ ਕੋਈ ਆਉਂਦਾ ਹੈ, ਮੀਆਂ ਬੀਵੀ ਦੋਨੋਂ ਆਉਂਦੇ ਆਪਣਾ ਵੀਜ਼ਾ ਲਗਵਾਉਣ ਲਈ, ਸੋ ਏਜੰਟ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦੇ ਮੂੰਹੋਂ ਉਹਨਾਂ ਤੋਂ ਪੂਰੀ ਕਲੈਰਿਟੀ ਲੈਣਾ ਵੀ ਤੁਸੀਂ ਵਾਕਈ ਵਿਆਹ ਕੀਤਾ ਹੈ ਕਿ ਤੁਹਾਡਾ ਸੈਟਿੰਗ ਵਾਲਾ ਵਿਆਹ ਹੈ। ਕਿਉਂਕਿ ਲੋਕ ਏਜੰਟ ਕੋਲ ਆ ਕੇ ਵੀ ਝੂਠ ਬੋਲਦੇ। ਮੈਂ ਨਹੀਂ ਕਹਿੰਦਾ ਏਜੰਟ ਸਹੀ ਹੁੰਦੇ ਜਾਂ ਏਜੰਟ ਗਲਤ ਹੁੰਦੇ ਆ, ਮੈਂ ਉਹ ਵਾਕਿਆ ਦੱਸ ਰਿਹਾ ਜਿਹੜਾ ਸਾਨੂੰ ਵੀ ਸਮਝਣਾ ਜ਼ਰੂਰੀ ਕਿ ਏਜੰਟਸ ਨੂੰ ਵੀ ਝੂਠ ਬੋਲਿਆ ਜਾਂਦਾ ਹੈ। ਮੇਰੇ ਨਾਲ ਆਪਣਾ ਇੱਕ ਕੇਸ ਹੋ ਚੁੱਕਾ ਹੈ। ਮੈਂ ਬੇਅੰਤ ਕੌਰ ਵਾਲੇ ਕੇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੂੰਗਾ। ਮੇਰੇ ਕੋਲ ਇੱਕ ਮੀਆਂ ਬੀਵੀ ਹੈ, ਕਹਿੰਦੇ ਕਿ ਸਾਡਾ ਵਿਆਹ ਹੋਇਆ ਹੈ, ਉਹਦੇ ਪੇਰੈਂਟਸ ਆਏ ਦੋਨੋਂ ਪਾਰਟੀਆਂ ਦੇ, ਪੂਰੀ ਗੱਲਬਾਤ ਹੋਈ, ਮੈਂ ਕੁਐਸਚਨਿੰਗ ਕੀਤੀ ਕੁੜੀ ਤੋਂ ਮੁੰਡੇ ਤੋਂ, ਸਾਰਾ ਕੁਝ ਕਲੀਅਰ ਹੋਇਆ ਕਿਉਂਕਿ ਸਾਡਾ ਫਰਜ਼ ਬਣਦਾ ਕਿ ਉਹਨਾਂ ਦੇ ਵਿਆਹ ਦੇ ਬਾਰੇ ਹਰ ਚੀਜ਼ ਅਸੀਂ ਕਲੀਅਰ ਪੁੱਛੀਏ ਉਹਨਾਂ ਤੋਂ, ਤਾਂ ਸਭ ਕੁਝ ਠੀਕ ਸੀਗਾ। ਲੇਕਿਨ ਲੜਕੀ ਦਾ ਵੀਜ਼ਾ ਜਿਸ ਤਰ੍ਹਾਂ ਹੀ ਆਇਆ ਤੇ ਮੈਂ ਲੜਕੇ ਦੀ ਫਾਈਲ ਲਗਾ ਦਿੱਤੀ ਔਰ ਮੈਂ ਫਾਈਲ ਪਕੜਨ ਤੋਂ ਪਹਿਲਾਂ ਇਹ ਗੱਲ ਪੁੱਛੀ ਸੀ ਕਿ ਤੁਸੀਂ ਆਰ ਯੂ ਸ਼ੋਰ ਕਿ ਤੁਸੀਂ ਸਹੀ ਵਿਆਹ ਕੀਤਾ ਹੈ, ਜਾਲੀ ਵਿਆਹ ਨਹੀਂ ਹੈ, ਸੈਟਿੰਗ ਨਹੀਂ ਹੈ? ਉਹ ਕਹਿੰਦੇ ਸਰ ਅਸੀਂ ਇਕੱਠੇ ਰਹਿੰਦੇ ਹਾਂ, ਕੋਈ ਐਸੀ ਗੱਲ ਨਹੀਂ ਹੈ। ਔਰ ਮੈਂ ਕਿਹਾ ਤੁਹਾਡਾ ਕੋਈ ਪਿਛਲਾ ਰਿਕਾਰਡ, ਕੋਈ ਵੀਜ਼ਾ ਰਿਫਿਊਜ਼ ਤਾਂ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦਾ ਕੁਝ ਵੀ? ਕਹਿੰਦੇ ਬਿਲਕੁਲ ਨਹੀਂ ਜੀ, ਸਭ ਠੀਕ ਹੈ। ਪਰ ਲੜਕੀ ਦਾ ਜਦ ਵੀਜ਼ਾ ਆ ਗਿਆ ਔਰ ਮੈਂ ਜਦ ਲੜਕੀ ਦੀ ਫਾਈਲ ਲਗਾਈ, ਨਿਊਜ਼ੀਲੈਂਡ ਦਾ ਕੇਸ ਸੀ, ਲੜਕੇ ਦੀ ਫਾਈਲ ਲਗਾਈ ਤਾਂ ਇੱਕ 5 ਪੇਜਾਂ ਦੀ
ਰਿਫਿਊਜ਼ਲ ਲੈਟਰ ਲੜਕੇ ਦੇ ਇੰਟਰਵਿਊ ਤੋਂ ਅੱਧੇ ਘੰਟੇ ਬਾਅਦ ਸਾਡੇ ਇਨਬਾਕਸ 'ਚ ਆ ਗਈ। ਅਸੀਂ ਪੁੱਛਿਆ ਕਿ ਵੀ ਯਾਰ ਰਿਫਿਊਜ਼ਲ ਹੋ ਗਈ, ਤੂੰ ਇੰਟਰਵਿਊ ਸਹੀ ਦਿੱਤਾ ਸੀ, ਕਿਉਂਕਿ ਇੰਟਰਵਿਊ ਇਤਫਾਕਨ ਉਹਨੇ ਸਾਡੇ ਆਫਿਸ 'ਚ ਹੀ ਬੈਠ ਕੇ ਦਿੱਤਾ। ਤੋ ਇੰਟਰਵਿਊ ਤੇ ਤਾਂ ਚਲੋ ਮੈਨੂੰ ਕਿਤੇ ਵਿਸ਼ਵਾਸ ਸੀਗਾ ਕਿ ਇੰਟਰਵਿਊ 'ਚ ਉਹ ਸਹੀ ਬੋਲ ਰਿਹਾ, ਲੇਕਿਨ ਉਹਨੇ ਉਹ ਗੱਲ ਨਹੀਂ ਦੱਸੀ ਕਿ ਵੀਜ਼ਾ ਆਫਿਸਰ ਕੀ ਪੁੱਛ ਰਿਹਾ ਸੀ ਬਾਰ-ਬਾਰ। ਉਹਨੇ ਉਹ ਗੱਲ ਉਸ ਵੇਲੇ ਸਾਡੇ ਤੋਂ ਹਾਈਡ ਕਰਤੀ ਕਿ ਨਹੀਂ ਸਰ ਇੰਟਰਵਿਊ ਹੋਇਆ, ਬਸ ਉਹ ਪ੍ਰੈਸ਼ਰ ਪਾ ਰਿਹਾ ਸੀ ਕਿ ਤੁਹਾਡਾ ਵਿਆਹ ਅਸਲੀ ਹੈ, ਵਿਆਹ ਅਸਲੀ ਹੈ। ਤਾਂ ਮੈਂ ਕਿਹਾ ਯਾਰ ਇੰਨਾ ਕੁਐਸਚਨ ਤਾਂ ਦੁਬਾਰਾ ਨਹੀਂ ਪੁੱਛਦਾ ਉਹ। ਪਰ ਜਦ ਰਿਫਿਊਜ਼ਲ ਲੈਟਰ ਆਈ ਤਾਂ ਰਿਫਿਊਜ਼ਲ ਲੈਟਰ ਤੋਂ ਸਾਨੂੰ ਸਮਝ ਆਇਆ ਕਿ ਉਸ ਵੀਜ਼ਾ ਆਫਿਸਰ ਨੇ, ਕਿਉਂਕਿ ਵੀਜ਼ਾ ਆਫਿਸਰ ਕੀ ਕਰਦੇ ਕਿ ਜਦ ਇੰਟਰਵਿਊ ਲੈਂਦੇ ਉਹ ਨਾਲ ਉਹਨਾਂ ਦਾ ਜਿਹੜਾ ਸੌਫਟਵੇਅਰ ਹੁੰਦਾ ਹੈ ਟੈਲੀਫੋਨਿਕ ਸੌਫਟਵੇਅਰ, ਉਹ ਟਾਈਪ ਵੀ ਕਰ ਰਿਹਾ ਹੁੰਦਾ ਹੈ। ਤਾਂ ਅਗਰ ਬੱਚੇ ਨੇ ਇੰਟਰਵਿਊ ਦੇ ਵਿੱਚ ਆ ਵੀ ਕੀਤਾ, ਉਹ ਵੀ ਕੀਤਾ, ਤਾਂ ਉਹ ਵੀ ਟਾਈਪ ਹੋਏਗਾ। ਤਾਂ ਉਹਦੇ ਵਿੱਚ ਜਦ ਮੈਂ ਰਿਫਿਊਜ਼ਲ ਲੈਟਰ ਪੜ੍ਹੀ ਤਾਂ ਉਹਦੇ ਵਿੱਚ ਸਪੈਸ਼ਲੀ ਮੈਂਸ਼ਨ ਸੀਗਾ ਕਿ ਵੀ ਵੀਜ਼ਾ ਆਫਿਸਰ ਨੇ ਬਾਰ-ਬਾਰ ਪੁੱਛਿਆ ਕਿ ਆਰ ਯੂ ਸ਼ੋਰ ਕਿ ਇਹ ਤੇਰਾ ਵਿਆਹ ਅਸਲੀ ਹੈ। ਹੀ ਸੈਡ ਓਕੇ, ਮੇਰਾ ਵਿਆਹ ਬਿਲਕੁਲ ਸਹੀ ਹੈ ਜੀ, ਮੈਂ ਜੈਨੂਨ ਹਾਂ। ਤੇਰਾ ਕਦੇ ਕੋਈ ਵੀਜ਼ਾ ਰਿਫਿਊਜ਼ ਤਾਂ ਨਹੀਂ ਹੋਇਆ ਸੀਗਾ? ਉਹਨੇ ਇਹ ਗੱਲ ਕਹੀ ਨਹੀਂ। ਕਦੇ ਤੂੰ ਨਿਊਜ਼ੀਲੈਂਡ ਅਪਲਾਈ ਤਾਂ ਨਹੀਂ ਕੀਤਾ ਸੀ? ਕਹਿੰਦਾ ਨਹੀਂ। ਸੋ ਉਸ ਲੈਟਰ ਨੂੰ ਅਗਰ ਧਿਆਨ ਨਾਲ ਪੜ੍ਹਿਆ ਤਾਂ ਉਹਦੇ ਵਿੱਚ ਲਿਖਿਆ ਸੀ ਕਿ ਤੂੰ 3 ਵਾਰੀ ਨਿਊਜ਼ੀਲੈਂਡ ਤੋਂ ਆਲਰੇਡੀ ਰਿਫਿਊਜ਼ਡ ਹੈ ਔਰ ਤੇਰੇ ਤੇ ਕਰੈਕਟਰ ਬੈਨ ਲੱਗਿਆ ਹੋਇਆ। ਕਰੈਕਟਰ ਬੈਨ ਹੁੰਦਾ ਹੈ ਕਿ ਉਹਨੇ ਨਿਊਜ਼ੀਲੈਂਡ ਦੀ ਐਮਬੈਸੀ ਦੇ ਵਿੱਚ ਗਲਤ ਪੇਪਰ ਲਗਾਏ ਸੀ, ਜਿਹਦੇ ਕਰਕੇ ਉੱਤੇ ਬੈਨ ਲੱਗਾ ਹੋਇਆ। ਔਰ ਹੁਣ ਜਿਹੜਾ ਬੰਦਾ ਨਿਊਜ਼ੀਲੈਂਡ 'ਚ ਫਾਈਲ ਲਗਾ ਰਿਹਾ ਉਹਦੇ ਲਈ ਕਿੰਨਾ ਡਿਫਿਕਲਟ ਹੋਏਗਾ ਵੀਜ਼ਾ ਆਫਿਸਰ ਨੂੰ ਐਕਸਪਲੇਨ ਕਰਨਾ ਕਿ ਤੂੰ ਇੱਕ ਲਾਇਸੈਂਸ ਐਡਵਾਈਜ਼ਰ ਹੋ ਕੇ ਤੂੰ ਇਸ ਟਾਈਪ ਦੀ ਫਾਈਲ ਕਿਉਂ ਸਾਡੇ ਕੋਲ ਭੇਜੀ। ਸੋ ਹੁਣ ਮੈਂ ਤੁਹਾਨੂੰ ਦੱਸ ਰਿਹਾ, ਮੇਰਾ ਇਹ ਵਾਕਿਆ ਦੱਸਣ ਦਾ ਕਾਰਨ ਸਿਰਫ ਇਹ ਸੀਗਾ ਕਿ ਏਜੰਟ ਗਲਤ ਨਹੀਂ ਹੁੰਦੇ, ਪਾਰਟੀਜ਼ ਵੀ, ਕਲਾਇੰਟਸ ਵੀ ਗਲਤ ਹੁੰਦੇ ਹੈ। ਕਲਾਇੰਟਸ ਆਪਣੀਆਂ ਚੀਜ਼ਾਂ ਛੁਪਾਉਂਦੇ ਆ। ਸੋ ਬੇਅੰਤ ਕੌਰ ਦੇ ਕੇਸ 'ਚ ਅਗਰ ਇਹ ਸੈਟਿੰਗ ਵਾਲਾ ਵਿਆਹ ਸੀ, ਕਿਆ ਏਜੰਟ ਨੂੰ ਪਤਾ ਸੀਗਾ? ਅਗਰ ਤਾਂ ਏਜੰਟ ਨੂੰ ਪਤਾ ਸੀ ਤਾਂ ਏਜੰਟ ਨੂੰ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਸੀਗਾ। ਲੜਕੇ ਔਰ ਲੜਕੀ ਦੋਨੋਂ ਪਾਸਿਓਂ ਉਹਨਾਂ ਦੇ ਹੱਥ ਮਜ਼ਬੂਤ ਰੱਖਣੇ ਚਾਹੀਦੇ ਸੀ ਤਾਂ ਕਿ ਇਸ ਟਾਈਪ ਦੇ ਇਨਸੀਡੈਂਟ ਨਾ ਹੁੰਦਾ। ਸਾਡੀ ਕੰਪਨੀ ਜਦ ਵੀ ਕੋਈ ਸਪਾਊਸ ਕੇਸ ਆਉਂਦਾ ਹੈ ਤਾਂ ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਵੈਸੇ ਚਾਹੁੰਦੇ ਨਹੀਂ ਹੈ ਕਿ ਫੇਕ ਵਿਆਹ ਜਾਂ ਕੋਈ ਵੀ ਸੈਟਿੰਗ ਵਾਲਾ ਵਿਆਹ ਸਾਡੇ ਕੋਲ ਆਵੇ ਜਾਂ ਅਸੀਂ ਸਲਾਹ ਦਈਏ ਕਿਸੇ ਨੂੰ। ਲੇਕਿਨ ਹਾਂ, ਅਗਰ ਕੋਈ ਕਲਾਇੰਟ ਕਰਕੇ ਆ ਗਿਆ ਤਾਂ ਅਸੀਂ ਕੋਸ਼ਿਸ਼ ਕਰਦੇ ਕਿ ਉਹਨਾਂ ਤੋਂ ਉਹਨਾਂ ਦੀ ਜੈਨੂਇਨਿਟੀ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਪੂਰਾ ਰਿਕਾਰਡ ਚੈੱਕ ਕਰਦੇ ਹਾਂ, ਪਲੱਸ ਦੋਨੋਂ ਪਾਰਟੀਜ਼ ਦਾ ਐਗਰੀਮੈਂਟ ਐਫੀਡੇਵਿਟ ਸਾਹਮਣੇ ਰੱਖਦੇ ਹਾਂ ਕਿ ਤੁਸੀਂ ਖੁਦ ਲਿਖ ਕੇ ਦੱਸੋ ਕਿ ਤੁਹਾਡਾ ਵਿਆਹ ਜੈਨੂਇਨ ਸੀਗਾ ਕਿ ਨਹੀਂ ਸੀਗਾ। ਅਗਰ ਇਨਜੈਨੂਇਨ ਨਿਕਲਿਆ, ਕੱਲ੍ਹ ਨੂੰ ਐਮਬੈਸੀ ਨੇ ਕੋਈ ਕੁਐਸਚਨ ਕੀਤਾ ਤੇ ਤੁਹਾਡੀ ਪਾਰਟੀ ਜ਼ਿੰਮੇਵਾਰ ਹੋਣਗੀਆਂ, ਮੈਂ ਜ਼ਿੰਮੇਵਾਰ ਨਹੀਂ ਹਾਂ ਤੁਹਾਡਾ, ਠੀਕ ਹੈ। ਸੋ ਇਹ ਸਾਡੀ ਕੰਪਨੀ ਇਸ ਟਾਈਪ ਦੇ ਸਟੈਪ ਲੈ ਕੇ ਹੀ ਵਰਕਆਊਟ ਕਰਦੀ ਹੈ। ਸੋ ਬੇਅੰਤ ਕੌਰ ਦੇ ਕੇਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਡੈਫੀਨਿਟਲੀ ਸਪਾਊਸ ਕੇਸ ਜਿਹੜੇ ਥੋੜ੍ਹੇ ਜਿਹੇ ਟਾਈਟ ਹੋਣਗੇ, ਉਹਨਾਂ ਦੀ ਛਾਨਬੀਨ ਵੀ ਹੋਏਗੀ, ਖਾਸ ਕਰਕੇ ਮੁੰਡੇ ਦੀ, ਕੁੜੀ ਦੀ, ਉਹਨਾਂ ਦੇ ਪ੍ਰੂਫਸ ਚੈੱਕ ਕੀਤੇ ਜਾਣਗੇ, ਵਿਆਹ ਕਦੋਂ ਹੋਇਆ, ਕਿੰਨਾ ਟਾਈਮ ਇਕੱਠੇ ਰਹਿਣ। ਹੁਣ ਇਹ ਲੇਟੈਸਟ ਕੱਲ੍ਹ ਦੀ ਗੱਲ ਹੈ, ਇੱਕ ਬੱਚਾ ਮੇਰੇ ਕੋਲ ਆਇਆ ਹੈ ਜਿਹੜਾ ਸਪੈਸ਼ਲ ਕੈਨੇਡਾ ਤੋਂ ਵਾਪਸ ਆਇਆ ਹੈ, ਕਿਉਂਕਿ ਉਹਨੂੰ ਵੀਜ਼ਾ ਆਫਿਸਰ ਨੇ ਕਿਹਾ ਹੈ ਕਿ ਤੇਰਾ ਵਿਆਹ 2 ਸਾਲ ਪਹਿਲਾਂ ਹੋਇਆ ਸੀਗਾ ਤੇ ਤੂੰ ਉਨਾ ਟਾਈਮ ਉਹਦੇ ਨਾਲ ਨਹੀਂ ਰਿਹਾ ਹੈ, ਹੁਣ ਤੂੰ 105 ਦਿਨ ਉਹਦੇ ਨਾਲ ਰਹਿ ਕੇ ਦਿਖਾ, ਸਾਨੂੰ ਪ੍ਰੂਫ ਚਾਹੀਦੇ ਆ ਤਾਂ ਅਸੀਂ ਅੱਗੇ ਪ੍ਰੋਸੈਸ ਕਰਾਂਗੇ। ਸੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਨੂੰ ਇਹ ਚੀਜ਼ ਦਾ ਸ਼ੱਕ ਹੈਗਾ ਕਿ ਇਹ ਵਿਆਹ ਜੈਨੂਇਨ ਹੈ ਵੀ ਹੈ ਕਿ ਨਹੀਂ ਹੈ। ਤਾਂ ਉਹਨੇ 105 ਦਿਨ ਦਾ ਟਾਈਮ ਦਿੱਤਾ ਉਸ ਮੁੰਡੇ ਨੂੰ ਕਿ ਤੂੰ ਆਪਣੀ ਵਾਈਫ ਦੇ ਜਿੰਨੇ ਬੈਸਟ ਪ੍ਰੂਫ ਦੇ ਸਕਦਾ ਮੈਨੂੰ ਦੇ, ਅਸੀਂ ਦੇਖਣਾ ਚਾਹੁੰਦੇ ਕਿ ਤੇਰਾ ਰਿਲੇਸ਼ਨ ਵੀ ਹੈ ਕਿ ਨਹੀਂ ਹੈ। ਸੋ ਆਉਣ ਵਾਲੇ ਟਾਈਮ 'ਚ ਕੇਸਿਸ ਤਾਂ ਡਿਫਿਕਲਟ ਹੋਣਗੇ। ਔਰ ਬੇਅੰਤ ਕੌਰ ਦਾ ਜਿਹੜਾ ਕੇਸ ਹੈ ਉਹ ਤਾਂ ਬਹੁਤ ਦੁਖਦਾਈ ਕੇਸ ਹੈ, ਕਿਉਂਕਿ ਬੇਅੰਤ ਕੌਰ ਦੀ ਵੀ ਲਾਈਫ 'ਤੇ ਕੁਐਸਚਨ ਮਾਰਕ ਲੱਗੇ ਔਰ ਜਿਸ ਬੱਚੇ ਦੀ ਜ਼ਿੰਦਗੀ ਖਤਮ ਹੋ ਗਈ ਉਹ ਤਾਂ ਉਹਦੇ ਮਾਂ-ਬਾਪ ਲਈ ਤਾਂ ਸਭ ਤੋਂ ਵੱਡਾ ਸਦਮਾ ਹੈ ਇਹ ਗੱਲ। ਬਿਲਕੁਲ। ਇੱਕ ਚੀਜ਼ ਹੋ ਰਿਹਾ ਸਰ, ਜਿੱਦਾਂ ਅੱਜ ਕੱਲ੍ਹ ਸਪਾਊਸ ਕੇਸ ਬਹੁਤ ਹੁੰਦੇ ਆ, ਉਸ ਦੇ ਵਿੱਚ ਆ ਤੁਹਾਡੀ ਕੰਪਨੀ ਹੈ ਜਿਹੜੀ ਉਹ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਦੀ? ਸਪਾਊਸ ਕੇਸ ਅੱਜ ਦੀ ਡੇਟ 'ਚ ਬੜਾ ਇੰਪੋਰਟੈਂਟ ਟੌਪਿਕ ਹੈ, ਕਿਉਂਕਿ ਜਿਸ ਤਰ੍ਹਾਂ ਬੇਅੰਤ ਕੌਰ ਦਾ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸੋ ਸਪਾਊਸ ਕੇਸ ਦੇ ਵਿੱਚ ਜਿਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਵੀ ਮੈਰਿਜ ਸ਼ੁੱਡ ਬੀ ਜੈਨੂਇਨ। ਮੈਰਿਜ ਬਿਲਕੁਲ ਜੈਨੂਇਨ ਹੋਣੀ ਚਾਹੀਦੀ ਹੈ, ਪੂਰਾ ਮੈਰਿਜ ਦਾ ਰਿਕਾਰਡ ਹੋਣਾ ਚਾਹੀਦਾ ਹੈ। ਕੋਰਟ ਮੈਰਿਜ ਸਰਟੀਫਿਕੇਟ ਤੋਂ ਲੈ ਕੇ ਲਾਵਾਂ ਫੇਰੇ ਗੁਰਦੁਆਰੇ ਜਾਂ ਮੰਦਿਰ 'ਚ ਹੋਏ ਆ ਉਸ ਜਗ੍ਹਾ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿਹੜੇ ਵੀ ਮੂਵਮੈਂਟਸ ਤੁਹਾਡੇ ਵਿਆਹ ਵਾਲੇ ਹੈਗੇ ਆ, ਵਿਆਹ ਦਾ ਮੂਵਮੈਂਟਸ ਦਾ ਮਤਲਬ ਹੈ ਕਿ ਉਹ ਅੰਗੇਜਮੈਂਟ ਹੋਈ ਸੀ ਜਾਂ ਆਪਣਾ ਪ੍ਰੋਪਰ ਪੈਲੇਸ ਦੇ ਵਿੱਚ ਵਿਆਹ ਹੋਇਆ ਸੀ ਤਾਂ ਉਹਦੀਆਂ ਫੋਟੋਗ੍ਰਾਫਸ ਹੋਣੀ ਚਾਹੀਦੀਆਂ। ਜਿਹੜੇ ਵੀ ਰਸਮੋ ਰਿਵਾਜ ਪਰਿਵਾਰਾਂ ਦੇ ਵਿੱਚ ਹੁੰਦੇ ਉਹ ਰਸਮੋ ਰਿਵਾਜ ਤੁਹਾਡੇ ਪੂਰੇ ਹੋਣੇ ਚਾਹੀਦੇ ਹੈ। ਹਰ ਇੱਕ ਚੀਜ਼ ਵੀਜ਼ਾ ਆਫਿਸਰ ਚੈੱਕ ਕਰਦਾ। ਉਸ ਤੋਂ ਬਾਅਦ ਇੱਕ ਨੋਰਮਲ ਮੀਆਂ ਬੀਵੀ ਦੀ ਲਾਈਫ ਕਿਵੇਂ ਸ਼ੁਰੂ ਹੁੰਦੀ ਹੈ, ਉਹਨਾਂ ਦੇ ਰਿਲੇਸ਼ਨਸ਼ਿਪਸ ਫੈਮਲੀਜ਼ ਦੇ ਨਾਲ ਕਿਵੇਂ ਹੈ, ਘਰ ਦੇ ਵਿੱਚ ਡੇਲੀ ਰੂਟੀਨ ਦੀਆਂ ਫੋਟੋਗ੍ਰਾਫਸ, ਕਿਸੇ ਵੀ ਜਗ੍ਹਾ 'ਤੇ ਕਿਸੇ ਫੈਮਲੀ ਨੂੰ ਮਿਲਣ ਜਾ ਰਹੇ ਆ ਉਹਨਾਂ ਦੀਆਂ ਫੋਟੋਗ੍ਰਾਫਸ ਹੁੰਦੀਆਂ। ਸੋ ਇੱਕ ਜੈਨੂਇਨਿਟੀ ਸ਼ੋਅ ਕਰਨੀ ਹੁੰਦੀ ਹੈ। ਔਰ ਸਭ ਤੋਂ ਖਾਸ ਜਿਹੜਾ ਵੀਜ਼ਾ ਆਫਿਸਰ ਅੱਜ ਕੱਲ੍ਹ ਚੈੱਕ ਕਰਦੇ ਆ ਉਹ ਹੈ ਸੋਸ਼ਲ ਮੀਡੀਆ ਅਕਾਊਂਟਸ, ਕਿਉਂਕਿ ਅੱਜ ਕੱਲ੍ਹ ਹਰ ਬੰਦੇ ਦਾ ਸੋਸ਼ਲ ਮੀਡੀਆ ਅਕਾਊਂਟਸ ਹੁੰਦਾ ਹੈ।
ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦਾ। ਸੋ ਉੱਥੋਂ ਵੀ ਇੱਕ ਕਲਾਇੰਟ ਦੀ ਜੈਨੂਇਨਿਟੀ ਦਾ ਪਤਾ ਲੱਗਦਾ। ਔਰ ਅਗਰ ਰੀਅਲ ਮੈਰਿਜ ਹੈ ਤਾਂ ਲੜਕਾ ਜਾਂ ਲੜਕੀ ਨੂੰ ਕੋਈ ਵੀ ਹੈਜ਼ਿਟੇਸ਼ਨ ਨਹੀਂ ਹੋਣੀ ਚਾਹੀਦੀ ਆਪਣੇ ਵਿਆਹ ਦੀਆਂ ਫੋਟੋਗ੍ਰਾਫਸ ਉਹ ਅਗਰ ਉੱਥੇ ਨਹੀਂ ਪਾਉਂਦਾ ਸੋਸ਼ਲ ਮੀਡੀਆ ਤੇ। ਤਾਂ ਅੱਜ ਕੱਲ੍ਹ ਵੀਜ਼ਾ ਆਫਿਸਰ ਜਿਹੜੀਆਂ ਉਹ ਪੁਰਾਣੇ ਗੱਲਾਂ ਨੂੰ ਛੱਡ ਕੇ, ਪੁਰਾਣਾ ਪੇਪਰ ਵਰਕ ਛੱਡ ਕੇ ਉਹ ਇਹਨਾਂ ਗੱਲਾਂ ਨੂੰ ਜ਼ਿਆਦਾ ਧਿਆਨ ਦੇ ਰਹੇ ਹੈ ਕਿ ਬੰਦੇ ਐਕਟਿਵ ਹੈ ਸੋਸ਼ਲ ਮੀਡੀਆ ਤੇ, ਉਹਨਾਂ ਦਾ ਪ੍ਰੂਫਸ ਹੈਗੇ ਹੈ, ਕਿੰਨੇ ਲੋਕੀ ਉਹਨਾਂ ਨੂੰ ਜਾਣਦੇ, ਇਹ ਗੱਲਾਂ ਵੀ ਦੇਖਦੇ ਆ। ਉਸ ਤੋਂ ਇਲਾਵਾ ਇੱਕ ਵਿਆਹੇ ਬੰਦੇ ਦੇ ਨਾਲ ਉਹਦੇ ਰਿਲੇਸ਼ਨ ਜੁੜਦੇ, ਜਦ ਦੋ ਬੰਦੇ ਆਪਸ 'ਚ ਫਿਜ਼ੀਕਲ ਰਿਲੇਸ਼ਨ ਬਣਦੇ, ਉਹਨਾਂ ਦੇ ਮੈਰਿਜ ਹੁੰਦੀ ਉਹਨਾਂ ਦੀ, ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਇੱਕ ਸਪਾਊਸ ਲਈ ਇਹ ਹੁੰਦਾ ਕਿ ਮੈਂ ਆਪਣੀ ਫੈਮਿਲੀ ਨੂੰ ਸਿਕਿਉਰ ਕਰਾਂ। ਤਾਂ ਉਹ ਇੰਸ਼ੋਰੈਂਸ ਕਰਾਉਣਾ ਜ਼ਰੂਰੀ ਹੁੰਦੀ ਹੈ। ਆਪਣੇ ਵਾਈਫ ਦੀ ਇੰਸ਼ੋਰੈਂਸ ਕਰਾਓ, ਆਪਣੀ ਇੰਸ਼ੋਰੈਂਸ ਕਰਾਓ, ਉਹਦੇ ਵਿੱਚ ਨੋਮਨੀ ਆਪਣੀ ਵਾਈਫ ਜਾਂ ਹਸਬੈਂਡ ਨੂੰ ਬਣਾਓ ਤਾਂ ਕਿ ਇੱਕ ਰਿਲੇਸ਼ਨਸ਼ਿਪ ਪ੍ਰੂਫ ਬਣ ਸਕੇ। ਉਸ ਤੋਂ ਬਾਅਦ ਇੱਕ ਬੈਂਕ ਅਕਾਊਂਟ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਆਪਣੀ ਡੇਲੀ ਰੂਟੀਨ, ਜੋ ਤੁਹਾਡੀ ਮੀਆਂ ਬੀਵੀ ਦੀ ਰੂਟੀਨ ਹੈ, ਖਰਚੇ ਘਰ ਦੇ, ਉਹ ਸਾਰਾ ਕੁਝ ਉਸ ਜੁਆਇੰਟ ਬੈਂਕ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ। ਸੋ ਕਈ ਐਸੇ ਪ੍ਰੂਫ ਹੈ ਜਿਹੜੇ ਮੈਂ ਇਸ ਵੇਲੇ ਮੀਡੀਆ ਦੇ ਥਰੂ ਨਹੀਂ ਦੱਸ ਸਕਦਾ, ਜਦ ਕੇਸ ਟੂ ਕੇਸ ਡਿਪੈਂਡ ਕਰਦਾ ਹੈ। ਬਟ ਹਾਂ, ਰਿਲੇਸ਼ਨਸ਼ਿਪ ਪ੍ਰੂਫ ਤੁਹਾਡੇ ਬਹੁਤ ਸਟਰੋਂਗ ਹੋਣੇ ਚਾਹੀਦੇ ਹੈ ਕੇਸ ਦੇ ਵਿੱਚ, ਤਾਂ ਹੀ ਤੁਸੀਂ ਆਪਣਾ ਵੀਜ਼ਾ ਅੱਛੀ ਤਰੀਕੇ ਨਾਲ ਗ੍ਰੈਬ ਕਰ ਸਕਦੇ ਹੋ। ਜੈਨੂਇਨਿਟੀ, ਮੈਂ ਬਾਰ-ਬਾਰ ਗੱਲ ਕਰ ਰਿਹਾ, ਵੀਜ਼ਾ ਜੈਨੂਇਨ ਤਾਂ ਹੀ ਨਜ਼ਰ ਆਏਗਾ ਜਦ ਤੁਹਾਡੇ ਕੋਲ ਪ੍ਰੂਫਸ ਹੋਣਗੇ। ਸੋ ਨਕਲੀ ਪ੍ਰੂਫ, ਜਾਲੀ ਪੇਪਰ ਜਾਂ ਜਾਲੀ ਵਿਆਹ ਤੋਂ ਬਚੋ ਤੁਸੀਂ। ਅਗਰ ਕੋਈ ਸੈਟਿੰਗ ਵਾਲਾ ਵਿਆਹ ਹੈ ਤਾਂ ਸੈਟਿੰਗ ਵਾਲਾ ਵਿਆਹ ਮੈਂ ਐਟਲੀਸਟ ਵੀਜ਼ਾ ਫਾਈਲ ਨਹੀਂ ਕਰਦਾ ਅੰਟਿਲ ਅਨਲੈਸ ਮੇਰੇ ਕੋਲ 100% ਪ੍ਰੂਫ ਨਾ ਹੋਣ। ਸੋ ਇਹ ਚੀਜ਼ ਹੈ ਜੀ। ਇੱਕ ਚੀਜ਼ ਹੋ ਰਿਹਾ ਸਰ, ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਇੱਕ ਫੰਡ ਲਫ਼ਜ਼ ਬਹੁਤ ਯੂਜ਼ ਕੀਤਾ ਜਾਂਦਾ ਹੈ, ਫੰਡ ਲਫ਼ਜ਼ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕੀ? ਸਰ ਬੇਸਿਕਲੀ ਫੰਡ ਦਾ ਮਤਲਬ ਹੁੰਦਾ ਸ਼ੋ ਮਨੀ। ਅਗਰ ਕੋਈ ਵੀ ਬੱਚਾ ਫੋਰਨ ਜਾਣਾ ਚਾਹੁੰਦਾ ਹੈ, ਚਾਹੇ ਉਹ ਸਟੱਡੀ ਵੀਜ਼ਾ ਤੇ ਹੈ, ਚਾਹੇ ਟੂਰਿਸਟ ਵੀਜ਼ਾ ਤੇ, ਕੋਈ ਵੀ ਕਲਾਇੰਟ, ਉਹਨੂੰ ਆਪਣੀ ਵੈਲਥ, ਆਪਣੇ ਫੰਡ ਦਿਖਾਣੇ ਪੈਂਦੇ, ਸ਼ੋ ਮਨੀ ਦਿਖਾਉਣਾ ਪੈਂਦਾ ਵੀ ਤੁਹਾਡੇ ਕੋਲ ਤੁਹਾਡੇ ਆਪਣੇ ਹੋਮ ਕੰਟਰੀ ਦੇ ਵਿੱਚ ਤੁਹਾਡਾ ਜੌਬ, ਤੁਹਾਡਾ ਬਿਜ਼ਨਸ ਜਾਂ ਤੁਹਾਡੀ ਐਜੂਕੇਸ਼ਨ ਕੀ ਹੈ। ਅਗਰ ਤੁਸੀਂ ਐਜੂਕੇਸ਼ਨ ਬੇਸ ਤੇ ਜਾ ਰਹੇ ਹੋ ਤਾਂ ਤੁਹਾਡੇ ਪੇਰੈਂਟਸ ਤੁਹਾਡੇ ਸਪਾਂਸਰਸ਼ਿਪ ਦਿਖਾਉਂਦੇ, ਯਾਨੀ ਤੁਹਾਨੂੰ ਸਪਾਂਸਰ ਕਰਦੇ ਹੈ, ਉਹ ਸ਼ੋ ਮਨੀ ਦਿਖਾਣਗੇ ਕਿ ਆਪਣਾ ਐਮਬੈਸੀ ਨੂੰ ਸੈਟੀਸਫਾਈ ਕਰ ਸਕਣ ਕਿ ਉੱਥੇ ਪੜ੍ਹਨ ਵੇਲੇ ਤੁਸੀਂ ਉਹਨਾਂ ਦੇ ਫੰਡਸ ਤੇ ਡਿਪੈਂਡ ਨਹੀਂ ਕਰੋਗੇ, ਤੁਹਾਡਾ ਬੈਕਅਪ ਹੈਗਾ, ਤੁਹਾਡੇ ਪੇਰੈਂਟਸ ਕੋਲ ਪੈਸਾ ਹੈਗਾ ਸੈਕੰਡ ਈਅਰ ਦੀ ਫੀਸ ਦੇਣ ਲਈ, ਕਿਉਂਕਿ ਫਸਟ ਈਅਰ ਦੀ ਫੀਸ ਤੁਸੀਂ ਇੰਡੀਆ ਤੋਂ ਦੇ ਕੇ ਜਾ ਰਹੇ ਹੋ। ਟੂਰਿਸਟ ਵੀਜ਼ਾ ਦੇ ਵਿੱਚ ਫੰਡਸ ਦਾ ਇਹ ਮਤਲਬ ਹੁੰਦਾ ਕਿ ਜਿਹੜਾ ਤੁਸੀਂ ਇੱਕ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੁਸੀਂ ਘੁੰਮਣ ਦਾ ਪਲਾਨ ਕਰ ਰਹੇ ਹੋ ਜਾਂ ਕਿਸੇ ਫੈਮਿਲੀ ਨੂੰ ਮਿਲਣ ਦਾ ਪਲਾਨ ਕਰ ਰਹੇ ਹੋ, ਤੇ ਉਹ ਖਰਚਾ ਕਿੱਥੋਂ ਹੋ ਰਿਹਾ? ਅਗਰ ਤੁਸੀਂ ਜੌਬ ਜਾਂ ਬਿਜ਼ਨਸ ਕਰਦੇ ਹੋ, ਤੁਸੀਂ ਆਪਣਾ ਪੇਪਰ ਵਰਕ ਦਿਖਾਓ, ਆਪਣੇ ਬੈਂਕ ਦੇ ਵਿੱਚ 6 ਮਹੀਨੇ ਪੁਰਾਣੇ ਜਾਂ 3 ਮਹੀਨੇ ਪੁਰਾਣੇ ਪੈਸੇ ਦਿਖਾਓ ਤਾਂ ਕਿ ਤੁਸੀਂ ਟੂਰਿਸਟ ਵੀਜ਼ਾ ਦੇ ਵਿੱਚ ਵੀਜ਼ਾ ਸਕਸੈਸ ਹਾਸਿਲ ਕਰ ਸਕੋ। ਔਰ ਟੂਰਿਸਟ ਵੀਜ਼ਾ ਦੇ ਵਿੱਚ ਵੀਜ਼ਾ ਆਫਿਸਰ ਜ਼ਿਆਦਾਤਰ ਤੁਹਾਡਾ ਮਨੀ ਦੇਖਦਾ ਹੈ, ਤੁਹਾਡੀ ਵੈਲਥ ਦੇਖਦਾ ਕਿ ਤੁਸੀਂ ਕਿੰਨੇ ਵੈਲ ਸੈਟਲਡ ਹੋ ਆਪਣੇ ਹੋਮ ਕੰਟਰੀ ਦੇ ਵਿੱਚ, ਔਰ ਤੁਹਾਡਾ ਪੈਸਾ ਦੇਖਣ ਤੋਂ ਬਾਅਦ ਹੀ ਉਹ ਡਿਸਾਈਡ ਕਰਦਾ ਕਿ ਤੁਹਾਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ। ਸੋ ਪੈਸਾ ਇਸ ਤਰੀਕੇ ਨਾਲ ਦਿਖਾਓ ਕਿ ਜਿੰਨੇ ਦੀ ਇਨਕਮ ਟੈਕਸ ਰਿਟਰਨ ਭਰਦੇ ਹੋ, ਵੈਸੇ ਵੀ ਸਾਡੇ ਇੰਡੀਆ 'ਚ ਰੂਲ ਹੈ ਕਿ ਜਿੰਨੀ ਇਨਕਮ ਟੈਕਸ ਰਿਟਰਨ ਤੁਸੀਂ ਭਰਦੇ ਹੋ ਉਹਦਾ 3 ਗੁਣਾ ਪੈਸਾ ਤੁਸੀਂ ਵਾਈਟ ਸ਼ੋ ਕਰ ਸਕਦੇ ਹੋ। ਤਾਂ ਸਪੋਜ਼ ਅਗਰ ਤੁਸੀਂ 3 ਲੱਖ ਦੀ ਰਿਟਰਨ ਭਰਦੇ ਹੋ ਤਾਂ 9 ਲੱਖ ਰੁਪਏ ਤੁਹਾਡਾ ਵਾਈਟ ਹੈ ਇੰਡੀਆ ਦੇ ਵਿੱਚ। ਸੋ 9 ਲੱਖ ਰੁਪਏ, 8 ਲੱਖ ਰੁਪਏ ਅਗਰ ਤੁਸੀਂ ਆਪਣੇ ਟੂਰਿਸਟ ਵੀਜ਼ਾ ਲਈ ਦਿਖਾਉਂਦੇ ਹੋ ਤਾਂ ਦੈਟ ਇਜ਼ ਸਫੀਸ਼ੀਐਂਟ, ਬਟ ਦੈਟ ਸ਼ੁੱਡ ਬੀ 6 ਮੰਥ ਓਲਡ ਔਰ ਜਸਟੀਫਾਈ ਹੋਣਾ ਚਾਹੀਦਾ ਕਿ ਉਹ ਪੈਸਾ ਕਿੱਥੋਂ ਆ ਰਿਹਾ। ਸੋ ਇਨਕਮ ਟੈਕਸ ਰਿਟਰਨ ਤੁਹਾਡੀਆਂ ਮੈਚ ਹੋਣੀ। ਸੋ ਫੰਡ ਬੇਸਿਕਲੀ ਇਸੇ ਨੂੰ ਕਿਹਾ ਜਾਂਦਾ ਹੈ ਕਿ ਚਾਹੇ ਐਜੂਕੇਸ਼ਨ ਪਰਪਸ ਤੇ ਜਾਓ, ਚਾਹੇ ਟੂਰਿਸਟ ਵੀਜ਼ਾ ਲਗਾਓ, ਤਾਂ ਤੁਹਾਨੂੰ ਪੈਸਾ ਜ਼ਰੂਰ ਦਿਖਾਉਣਾ ਚਾਹੀਦਾ, ਤੁਹਾਡੀ ਬੈਕਗਰਾਉਂਡ ਸਟਰੋਂਗ ਹੋਣੀ ਚਾਹੀਦੀ, ਤਾਂ ਹੀ ਤੁਹਾਨੂੰ ਵੀਜ਼ਾ ਸਕਸੈਸ ਮਿਲੇਗਾ। ਮੇਨ ਇਹ ਫੰਡਸ। ਲਾਸਟ ਦੇ ਵਿੱਚ ਸਰ ਤੁਸੀਂ ਫਲੋਰ ਲਾਈਵ ਦੇ ਜ਼ਰੀਏ ਸਟੂਡੈਂਟ ਨੂੰ ਕੀ ਅਪੀਲ ਕਰਨੀ ਚਾਹੋਗੇ? ਸਰ ਮੈਂ ਫਲੋਰ ਲਾਈਵ ਮੀਡੀਆ ਦੇ ਜ਼ਰੀਏ ਜੋ ਹਰ ਹਫਤੇ ਅਸੀਂ ਇਹ ਸ਼ੋਅ ਕਰਦੇ ਹਾਂ, ਸਿਰਫ ਇਹ ਅਵੇਅਰਨੈਸ ਲਈ ਸ਼ੋਅ ਕਰ ਰਹੇ ਹਾਂ। ਔਰ ਮੈਂ ਅੱਜ ਇਸ ਪਲੇਟਫਾਰਮ ਤੇ ਇੱਕੋ ਹੀ ਰਿਕੁਐਸਟ ਕਰਾਂਗਾ ਆਪਣੇ ਸਾਰੇ ਫਲੋਰ ਲਾਈਵ ਦੇ ਵਿਊਅਰਸ ਨੂੰ ਕਿ ਪਲੀਜ਼ ਆਪਣੇ ਬੱਚਿਆਂ ਨੂੰ, ਆਪਣੇ ਇਰਦ ਗਿਰਦ ਸਭ ਨੂੰ ਐਜੂਕੇਟ ਕਰੋ, ਕੋਈ ਵੀ ਮਿਸਗਾਈਡੈਂਸ ਨਾ ਹੋ ਕਿਸੇ ਨੂੰ। ਆਪਣੇ ਬੱਚੇ ਸਾਰੇ ਵੈਲ ਐਜੂਕੇਟਿਡ ਹੋਣੇ ਚਾਹੀਦੇ। ਇੰਡੀਆ ਦੇ ਵਿੱਚ ਜਿੰਨੀ ਵੀ ਅੱਛੀ ਐਜੂਕੇਸ਼ਨ ਹਾਸਿਲ ਕਰ ਸਕਦੇ ਹੋ, ਐਜੂਕੇਸ਼ਨ ਲੈ ਕੇ ਫੋਰਨ ਜਾਓ। 10ਵੀਂ 12ਵੀਂ ਪਾਸ ਕਰਕੇ 4-4 ਸਾਲ ਦੇ ਗੈਪ ਬਣਾਏ ਹੋਏ ਤੁਸੀਂ ਉਸ ਤੋਂ ਬਾਅਦ ਆਈਲੈਟਸ ਕਰ ਰਹੇ ਹੋ ਔਰ ਫਿਰ ਐਕਸਪੈਕਟ ਕਰ ਰਹੇ ਹੋ ਤੁਹਾਡਾ ਵੀਜ਼ਾ ਲੱਗੇਗਾ, ਨਹੀਂ ਲੱਗੇਗਾ। ਸੋ ਜੈਨੂਇਨਿਟੀ ਹੋਣੀ ਚਾਹੀਦੀ ਹੈ ਤੁਹਾਡੇ ਵੀਜ਼ਾ ਦੇ ਵਿੱਚ, ਤੁਹਾਡੇ ਪੇਪਰਾਂ ਦੇ ਵਿੱਚ, ਤੁਹਾਡੀ ਐਜੂਕੇਸ਼ਨ ਦੇ ਵਿੱਚ। ਸੋ ਪਹਿਲਾ ਸਟੈਪ ਆਪਣੀ ਐਜੂਕੇਸ਼ਨ ਕੰਪਲੀਟ ਕਰੋ, ਉਸ ਤੋਂ ਬਾਅਦ ਆਪਣਾ ਗੈਪ ਨਾ ਪੈਣ ਦਿਓ। ਅਗਰ ਤੁਹਾਡਾ ਗੈਪ ਹੈ ਤਾਂ ਪਲੀਜ਼ ਜੈਨੂਇਨ ਤਰੀਕੇ ਨਾਲ ਕੋਈ ਕੋਰਸ ਕਰੋ ਤਾਂ ਕਿ ਤੁਹਾਡਾ ਗੈਪ ਖਤਮ ਹੋ ਸਕੇ ਔਰ ਉਸ ਤੋਂ ਬਾਅਦ ਆਇਲਸ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਸਾਰੀ ਫੈਸਿਲਿਟੀਜ਼ ਅਸੀਂ ਆਪਣੇ ਇਨ ਹਾਊਸ ਆਪਣੇ ਆਫਿਸ IIT ਇਮੀਗ੍ਰੇਸ਼ਨ ਦਾ ਫਲੋਰ ਆਫਿਸ ਹੈ ਇਹਦੇ ਵਿੱਚ ਪ੍ਰੋਵਾਈਡ ਕਰ ਰਹੇ, ਜਿਹੜਾ ਕਿ ਮਹਿੰਦਰਾ ਟੈਕਟਰ ਏਜੰਸੀ ਦੇ ਨਾਲ ਹੈ। IIT ਇਮੀਗ੍ਰੇਸ਼ਨ ਦਾ ਦਫ਼ਤਰ ਹੈ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਦਾ ਵੀ ਇਹ ਦਫ਼ਤਰ ਹੈ। ਇੱਥੇ ਆ ਕੇ ਤੁਸੀਂ ਆਪਣੀ ਕੈਰੀਅਰ ਗਾਈਡੈਂਸ, ਆਪਣੀ ਕੰਸਲਟੈਂਸੀ ਲੈ ਸਕਦੇ ਹੋ ਫੋਰਨ ਜਾਣ ਲਈ, ਆਪਣੇ ਕੈਰੀਅਰ ਤੋਂ ਰਿਲੇਟਿਡ ਕੰਸਲਟੈਂਸੀ ਲੈ ਸਕਦੇ ਹੋ। ਅਗਰ ਤੁਹਾਨੂੰ ਫਗਵਾੜਾ ਨੇੜੇ ਪੈਂਦਾ ਤਾਂ ਫਗਵਾੜੇ ਸਾਡਾ ਹਰਗੋਬਿੰਦ ਨਗਰ ਏਅਰਟੈਲ ਆਫਿਸ ਦੇ ਉੱਪਰ ਫਸਟ ਫਲੋਰ
ਸਾਡਾ ਆਫਿਸ ਹੈ, ਤੁਸੀਂ ਉੱਥੇ ਆ ਕੇ ਵੀ ਸਾਡੇ ਤੋਂ ਕੰਸਲਟ ਕਰ ਸਕਦੇ ਹੋ। ਸੋ ਐਟ ਲਾਸਟ ਮੈਂ ਇਹੀ ਕਹਿਣਾ ਚਾਹੂੰਗਾ, ਵੀ ਐਜੂਕੇਟ, ਆਪਣੇ ਆਪ ਨੂੰ ਐਜੂਕੇਟ ਕਰੋ, ਆਪਣੀ ਫੈਮਿਲੀ ਨੂੰ ਐਜੂਕੇਟ ਕਰੋ, ਆਪਣੇ ਬੱਚਿਆਂ ਨੂੰ ਐਜੂਕੇਟ ਕਰੋ, ਔਰ ਐਜੂਕੇਸ਼ਨ ਹਾਸਿਲ ਕਰਕੇ ਹੀ ਫੋਰਨ ਜਾਣ ਦਾ ਪਲਾਨ ਕਰੋ। ਫਲੋ ਲਾਈਵ ਲਈ ਇੰਨਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ। ਇਹ ਸਨ ਸਾਡੇ ਨਾਲ ਬਲਪ੍ਰੀਤ ਜੀ, ਜਿੱਦਾਂ ਕਿ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਹਰ ਹਫਤਾ ਬਾਈ ਹਫਤਾ ਆਪਾਂ ਜਿਹੜਾ ਇਹਨਾਂ ਨਾਲ ਗੱਲਬਾਤ ਕਰਦੇ ਆ, ਐਮੀਗ੍ਰੇਸ਼ਨ ਨੂੰ ਲੈ ਕੇ ਨਵੀਂ ਅਪਡੇਟ ਹੈ ਜਿਹੜੀ ਤੁਹਾਡੇ ਸਾਹਮਣੇ ਲਿਆਉਂਦੇ ਰਹਿੰਦੇ ਆ। ਅਗਲੇ ਹਫਤੇ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਹੈ ਜਿਹੜਾ ਇਸ ਦੇ ਵਿੱਚ ਚੇਂਜਿੰਗ ਆਈ ਹੈ। ਤਦ ਤੱਕ ਲਈ ਦਿਓ ਇਜਾਜ਼ਤ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੂ ਸੰਦੀਪ। ਸਤਿ ਸ਼੍ਰੀ ਅਕਾਲ ਜੀ।